ਆਓ ਸੁਣੀਏ ਸਵੈਜੀਵਨੀ ਅੰਸ਼ ਫਿਲਮਾਂ ਵਿੱਚ ਪ੍ਰਵੇਸ਼, ਜੋ ਕਿ ਦਾਰਾ ਸਿੰਘ ਜੀ ਪਹਿਲਵਾਨ ਫਿਲਮ ਐਕਟਰ ਦੀ ਰਚਨਾ ਹੈ। ਬੱਚਿਓ, ਦਾਰਾ ਸਿੰਘ ਜੀ ਮੂਲ ਰੂਪ ਦੇ ਵਿੱਚ ਕੁਸ਼ਤੀਆਂ ਲੜਨ ਵਾਲਾ ਕੰਮ ਕਰਦੇ ਸਨ। ਬਹੁਤ ਵੱਡੇ ਪਹਿਲਵਾਨ ਸਨ, ਬਹੁਤ ਬਹਾਦਰ ਸਨ। ਕੋਈ ਵੀ ਅੱਜ ਵੀ ਕਹਿ ਦਿੱਤਾ ਜਾਂਦਾ ਵੀ ਤੂੰ ਵੱਡਾ ਦਾਰਾ ਸਿੰਘ ਆ, ਹੈ ਨਾ, ਕਿਉਂਕਿ ਬਹੁਤ ਬਹਾਦਰ ਸਨ। ਕੁਸ਼ਤੀਆਂ ਬਹੁਤ ਖੇਡੀਆਂ ਨੇ, ਪੂਰੀ ਦੁਨੀਆ ਦੇ ਵਿੱਚ ਆਪਣੇ ਪੰਜਾਬ ਦਾ, ਭਾਰਤ ਦਾ ਨਾਮ ਚਮਕਾਇਆ ਉਹਨਾਂ ਨੇ। ਅਤੇ ਜਿਹੜਾ ਇਹ ਪਾਠ ਹੈ ਮੇਰਾ ਫਿਲਮਾਂ ਵਿੱਚ ਪ੍ਰਵੇਸ਼, ਇਸ ਦੇ ਵਿੱਚ ਆਪਾਂ ਉਹਨਾਂ ਦੇ ਜਿਹੜੇ ਫਿਲਮ ਜਗਤ ਦੇ ਨਾਲ ਜੁੜੀਆਂ ਘਟਨਾਵਾਂ ਹਨ ਉਹਨਾਂ ਬਾਰੇ ਆਪਾਂ ਪੂਰਾ ਵਿਸਤਾਰਪੂਰਵਕ ਵਰਣਨ ਕਰਾਂਗੇ ਅਤੇ ਜੋ ਉਹਨਾਂ ਨੇ ਲਿਖਿਆ ਹੈ। ਅਤੇ ਇਸ ਕਰਕੇ ਬਹੁਤ ਬਹਾਦਰ ਸਨ ਬੱਚਿਓ, ਪੂਰੀ ਦੁਨੀਆ ਦੇ ਵਿੱਚ ਅੱਜ ਵੀ ਉਹਨਾਂ ਦਾ ਨਾਮ ਹੈ। ਠੀਕ ਹੈ ਨਾ। ਅਤੇ ਚਲੋ ਫਿਰ ਆਪਾਂ ਸ਼ੁਰੂ ਕਰਦੇ ਹਾਂ ਫਿਲਮਾਂ ਵਿੱਚ ਪ੍ਰਵੇਸ਼। ਵੈਸੇ ਤਾਂ ਮੈਂ 1952 ਵਿੱਚ ਮਦਰਾਸ ਵਿੱਚ ਇੱਕ ਫਿਲਮ ਵਿੱਚ ਕੁਸ਼ਤੀ ਲੜੀ ਸੀ, ਜਿਸ ਦਾ ਨਾਂ ਸੀ ਦ ਵਰਟ। ਇਸ ਤੋਂ ਬਾਅਦ 1954 ਵਿੱਚ ਝਲਕ ਨਾਂ ਦੀ ਪਹਿਲੀ ਫਿਲਮ ਵਿੱਚ ਹਾਸਰਸ ਕਲਾਕਾਰ ਓਮ ਪ੍ਰਕਾਸ਼ ਨਾਲ ਕੁਸ਼ਤੀ ਲੜੀ ਸੀ। ਓਮ ਪ੍ਰਕਾਸ਼ ਦਾ ਡੁਪਲੀਕੇਟ ਸੁਦਾਗਰ ਪਹਿਲਵਾਨ ਨੇ ਕੀਤਾ ਸੀ। ਦਾ ਪੇਚ 'ਤੇ ਲੜਨ ਦਾ ਸਾਰਾ ਕੰਮ ਓਮ ਜੀ ਦੀ ਥਾਂ ਸੁਦਾਗਰ ਸਿੰਘ ਨੇ ਕੀਤਾ ਅਤੇ ਚਿਹਰਾ ਦਿਖਾਇਆ ਗਿਆ ਸੀ ਓਮ ਜੀ ਦਾ। ਇਸ ਫਿਲਮ ਦਾ ਹੀਰੋ ਸਨ ਕਿਸ਼ੋਰ ਕੁਮਾਰ ਅਤੇ ਹੀਰੋਇਨ ਸੀ ਵੈਜੰਤੀ ਮਾਲਾ। 1956 ਵਿੱਚ ਇੱਕ ਹੋਰ ਫਿਲਮ ਵਿੱਚ ਕੁਸ਼ਤੀ ਲੜੀ ਸੀ ਹਾਸਰਸ ਕਲਾਕਾਰ ਭਗਵਾਨ ਦਾਦਾ ਨਾਲ, ਅਤੇ ਭਗਵਾਨ ਦਾਦਾ ਦਾ ਡੁਪਲੀਕੇਟ ਕੀਤਾ ਸੀ ਅਜੀਤ ਸਿੰਘ ਨੇ। ਠੀਕ ਹੈ ਨਾ। ਇਸ ਫਿਲਮ ਵਿੱਚ ਮੈਨੂੰ ਕੁਸ਼ਤੀ ਤੋਂ ਪਹਿਲਾਂ ਕੁਝ ਸ਼ਬਦ ਬੋਲਣ ਲਈ ਕਿਹਾ ਗਿਆ। ਰਿਹਰਸਲ ਵਿੱਚ ਮੈਂ ਉਹ ਸ਼ਬਦ ਕਦੇ ਗਲਤ ਅਤੇ ਕਦੇ ਠੀਕ ਵੀ ਬੋਲ ਜਾਂਦਾ ਸੀ। ਡਾਇਰੈਕਟਰ ਨੇ 7-8 ਵਾਰ ਕੋਸ਼ਿਸ਼ ਕਰਨ ਦੇ ਬਾਅਦ ਇਹ ਕਹਿ ਕੇ ਸ਼ਾਟ ਓਕੇ ਕਰ ਦਿੱਤਾ ਕਿ ਇਸ ਨੂੰ ਡੱਬ ਕਰ ਲਵਾਂਗੇ, ਕਿਸੇ ਹੋਰ ਤੋਂ ਬੁਲਵਾ ਲਵਾਂਗੇ। ਠੀਕ ਹੈ ਨਾ। ਅਸੀਂ ਘੋਲ ਵਾਲਾ ਜੋ ਕੰਮ ਤਾਂ ਇੱਕ ਦਿਨ ਵਿੱਚ ਖ਼ਤਮ ਕਰ ਦਿੱਤਾ, ਪਰ ਰਾਤ ਨੂੰ ਹੋਟਲ ਅਸਟੋਰੀਆ ਚਰਚ ਗੇਟ ਵਿੱਚ ਮੈਨੂੰ ਰਾਤ ਭਰ ਨੀਂਦ ਨਾ ਆਈ। ਅਜੀਤ ਦੇ ਪੁੱਛਣ 'ਤੇ ਮੈਂ ਕਿਹਾ ਭਈ ਮੈਂ ਬੋਲ ਤਾਂ ਠੀਕ ਰਿਹਾ ਸੀ, ਫਿਰ ਉਹਨਾਂ ਨੂੰ ਮੇਰੇ ਲਫ਼ਜ਼ ਪਸੰਦ ਕਿਉਂ ਨਹੀਂ ਆਏ, ਅਤੇ ਕਈ ਵਾਰ ਉਹ ਵਿੱਚੋਂ ਕਹਿ ਦਿੰਦੇ ਸਨ ਇਹ ਠੀਕ ਹੈ। ਅਜੀਤ ਨੇ ਕਿਹਾ ਕਿ ਜਿਹੜੀ ਗੱਲ ਖ਼ਤਮ ਹੋ ਗਈ ਉਸ 'ਤੇ ਮਿੱਟੀ ਪਾ ਅਤੇ ਆਰਾਮ ਨਾਲ ਸੌਂ ਜਾ। ਪਰ ਉਸ ਦੇ ਮਿੱਟੀ ਪਾਉਣ ਵਾਲੇ ਫੈਸਲੇ ਨਾਲ ਮੇਰੀ ਤਸੱਲੀ ਨਹੀਂ ਹੋਈ। ਪ੍ਰੋਡਿਊਸਰ ਡਾਇਰੈਕਟਰ ਵੀ ਇੰਨਾ ਹੀ ਜਾਣਦੇ ਸਨ ਕਿ ਇਹ ਠੀਕ ਹੈ ਅਤੇ ਇਹ ਗਲਤੀ ਕਿੱਥੇ ਹੈ, ਇਹ ਉਹ ਵੀ ਮੈਨੂੰ ਸਮਝਾ ਨਹੀਂ ਸਕੇ। ਇਸ ਗਲਤੀ ਦਾ ਮੈਨੂੰ ਉਦੋਂ ਪਤਾ ਲੱਗਾ ਜਦੋਂ ਮੈਂ ਉਰਦੂ ਜ਼ੁਬਾਨ ਪੜ੍ਹੀ ਅਤੇ ਬੋਲਣੀ ਸਿੱਖੀ। ਉਸਤਾਦ ਹਸਨ ਨੇ ਮੈਨੂੰ ਬੋਲਣ ਦੇ ਲਹਿਜ਼ੇ ਸਮਝਾਏ, ਤਾਂ ਜਾ ਕੇ ਮੇਰੇ ਪੱਲੇ ਗੱਲ ਪਈ। ਭਗਵਾਨ ਦਾਦਾ ਵਾਲੀ ਫਿਲਮ ਵਿੱਚ ਅਲਫਾਜ਼ ਇੰਝ ਸਨ, ਛੋੜ ਦੇ ਇਹ ਤੁਮ ਕਿਆ ਕਰ ਰਹੇ ਹੋ। ਸ਼ਬਦਾਂ ਦੀ ਪੂਰੀ ਕਤਾਰ ਮੈਂ ਠੀਕ ਬੋਲ ਜਾਂਦਾ ਸੀ, ਪਰ ਉਸ ਵਕਤ ਜੇ ਤੇ ਜ਼ੇ ਦੇ ਫਰਕ ਦਾ ਅਹਿਸਾਸ ਨਹੀਂ ਸੀ। ਇਸ ਲਈ ਜੇ ਜ਼ੋਰ ਲਾ ਕੇ ਬੋਲਦਾ ਤਾਂ ਜ਼ੇ ਕਿਆ ਕਰ ਰਹੇ ਹੋ ਬੋਲ ਜਾਂਦਾ ਸੀ, ਅਤੇ ਜੇ ਆਸਾਨੀ ਨਾਲ ਬੋਲਦਾ ਜੇ ਕਿਆ ਕਰ ਰਹੇ ਹੋ ਬੋਲ ਜਾਂਦਾ ਸੀ। ਕਦੇ ਕਦੇ ਰਿਹਰਸਲ ਵਿੱਚ ਇਹ ਕਿਆ ਕਰ ਰਹੇ ਹੋ ਨਿਕਲਦਾ ਤਾਂ ਸਾਰੇ ਕਹਿ ਉੱਠਦੇ ਹਾਂ ਇਹ ਠੀਕ ਹੈ, ਇੰਝ ਹੀ ਬੋਲ ਦਿਓ, ਪਰ ਕੈਮਰਾ ਸ਼ੁਰੂ ਹੁੰਦਾ ਤਾਂ ਜ਼ੇ ਹੋ ਜਾਂਦਾ ਸੀ। ਖੈਰ, ਇਸ ਫਿਲਮ ਨੂੰ ਇਹ ਸੋਚ ਕੇ ਮਗਰੋਂ ਲਾਇਆ ਕਿ ਆਪਾਂ ਕਿਹੜਾ ਐਕਟਰ ਬਣਨਾ ਹੈ। ਉੱਪਰਲੀਆਂ 3 ਫਿਲਮਾਂ ਤੋਂ ਇਲਾਵਾ ਤਮਿਲ ਫਿਲਮ ਪੂਨੀ ਵਿੱਚ ਵੀ ਮੈਂ ਕੁਸ਼ਤੀ ਲੜੀ ਸੀ। ਇਹ ਕੁਸ਼ਤੀ ਕਿੰਗ ਕਾਂਗ ਨਾਲ ਹੋਈ ਸੀ। ਅਤੇ ਇੱਕ ਹੋਰ ਫਿਲਮ ਸੀ ਜੋ ਤਮਿਲ ਵਿੱਚ ਮਜਾਈਆ ਐਕਟਰ ਬਲਰੀਆ ਨਾਲ ਵੀ ਕੁਸ਼ਤੀ ਲੜੀ ਸੀ। 1960 ਵਿੱਚ ਮੈਨੂੰ ਫਿਲਮਾਂ ਵਿੱਚ ਪੂਰਨ ਤੌਰ 'ਤੇ ਕੰਮ ਕਰਨ ਦੀ ਦਾਵਤ ਮਿਲੀ। ਇੰਨੀ ਦਿਨ ਬੰਬਈ ਅਤੇ ਅਹਿਮਦਾਬਾਦ ਵਿੱਚ ਦੰਗਲ ਹੋ ਰਹੇ ਸਨ। ਬੰਬਈ ਵਿੱਚ ਵੀ ਮਦਰਾਸ ਦੀ ਤਰ੍ਹਾਂ ਫਿਲਮੀ ਕਲਾਕਾਰ ਕੁਸ਼ਤੀਆਂ ਵੇਖਣ ਆਉਂਦੇ ਸਨ। ਸ਼ੰਮੀ ਕਪੂਰ, ਨਰਗਿਸ, ਪ੍ਰੇਮ ਨਾਥ ਅਤੇ ਹੋਰ ਵੀ ਕਈ ਕਲਾਕਾਰ। ਇੱਕ ਦੰਗਲ ਵਿੱਚ ਦਲੀਪ ਕੁਮਾਰ ਦਾ ਭਾਸ਼ਣ ਵੀ ਹੋਇਆ ਸੀ। ਸ਼ਾਇਦ ਦੰਗਲ ਕਿਸੇ ਚੈਰਿਟੀ ਫੰਡ ਵਾਸਤੇ ਸੀ। ਦੰਗਲ ਤੋਂ ਬਾਅਦ ਮੈਂ ਪਹਿਲਵਾਨ ਹਰਬੰਸ ਸਿੰਘ ਇਕੱਠੇ ਜੋ ਸਫ਼ਰ ਕਰ ਰਹੇ ਸੀ। ਠੀਕ ਹੈ ਨਾ। ਉਹ ਦੋਨੋਂ ਇਕੱਠੇ ਸਫ਼ਰ ਕਰ ਰਹੇ ਸਨ। ਏਅਰਪੋਰਟ 'ਤੇ ਬੈਠਿਆਂ ਦਲੀਪ ਦੇ ਭਾਸ਼ਣ ਦੀ ਚਰਚਾ ਕਰਦਿਆਂ ਹਰਬੰਸ ਸਿੰਘ ਨੇ ਮੈਨੂੰ ਕਿਹਾ ਕਿ ਫਿਲਮਾਂ ਵਿੱਚ
ਕੰਮ ਕਰਨ ਬਾਰੇ ਤੇਰਾ ਕੀ ਖਿਆਲ ਹੈ। ਤਾਂ ਮੈਂ ਉਹਨਾਂ ਨੂੰ ਆਪਣੇ ਕੌੜੇ ਤਜਰਬੇ ਵਾਲੀ ਗੱਲ ਦੱਸੀ ਕਿ ਮੇਰੇ ਤੋਂ ਲਫ਼ਜ਼ਾਂ ਦੀ ਇੱਕ ਕਤਾਰ ਵੀ ਨਹੀਂ ਸੀ ਬੋਲੀ ਗਈ। ਕਹਿਣ ਲੱਗੇ, ਸਿੱਖਣ ਨਾਲ ਸਭ ਕੁਝ ਆ ਜਾਂਦਾ ਹੈ। ਵੈਸੇ ਤੇਰਾ ਚਿਹਰਾ ਫਿਲਮਾਂ ਵਾਸਤੇ ਬਹੁਤ ਯੋਗ ਹੈ। ਮੈਂ ਕਿਹਾ, ਕਰ ਲਓ ਮਖੌਲ, ਕੋਈ ਗੱਲ ਨਹੀਂ। ਕਹਿਣ ਲੱਗੇ, ਮੈਂ ਮਜ਼ਾਕ ਨਹੀਂ ਕਰਦਾ, ਸੱਚ ਕਹਿ ਰਿਹਾ ਹਾਂ। ਜੇ ਤੈਨੂੰ ਮੌਕਾ ਮਿਲੇ ਤਾਂ ਜ਼ਰੂਰ ਕੋਸ਼ਿਸ਼ ਕਰੀਂ। ਇਹ ਗੱਲ ਤਾਂ ਮੈਂ ਉਸ ਵਕਤ ਭੁੱਲ ਭੁਲਾ ਗਿਆ ਸੀ, ਕਿਉਂਕਿ ਅਸੀਂ ਤਾਂ ਆਪਣੇ ਸਾਰੇ ਗਰੁੱਪ ਵਿੱਚ ਸੁਦਾਗਰ ਨੂੰ ਖੂਬਸੂਰਤ ਮੰਨਦੇ ਸੀ। ਪਰ ਜਦੋਂ ਮੈਨੂੰ ਐਕਟਿੰਗ ਕਰਨ ਦਾ ਸੱਦਾ ਆਇਆ ਤਾਂ ਮੈਨੂੰ ਹਰਬੰਸ ਸਿੰਘ ਦੀ ਗੱਲ ਯਾਦ ਆਈ ਅਤੇ ਮੈਂ ਸੋਚਣ ਲੱਗਾ ਕਿ ਵਾਕਈ ਹੀ ਮੇਰਾ ਚਿਹਰਾ ਫਿਲਮਾਂ ਵਿੱਚ ਕੰਮ ਕਰਨ ਦੇ ਯੋਗ ਹੋਵੇਗਾ। ਤਾਂ ਹੀ ਪ੍ਰੋਡਿਊਸਰ ਮੇਰੇ ਕੋਲ ਆਇਆ ਹੈ। ਮੈਂ ਅਹਿਮਦਾਬਾਦ ਦੀ ਕੁਸ਼ਤੀ ਘੁਲ ਕੇ ਆਇਆ ਸੀ। ਦਲਜੀਤ ਰਾਉਤ ਤੇ ਮੈਂ ਬੰਬਈ ਦੇ ਹੋਟਲ ਦੇ ਇੱਕ ਕਮਰੇ ਵਿੱਚ ਠਹਿਰੇ ਹੋਏ ਸੀ। ਮੇਰੇ ਆਉਣ 'ਤੇ ਉਸ ਨੇ ਦੱਸਿਆ ਕਿ ਇੱਕ ਫਿਲਮ ਨਿਰਮਾਤਾ ਜਿਹੜਾ ਆਪਣਾ ਟੈਲੀਫੋਨ ਨੰਬਰ ਅਤੇ ਪਤਾ ਛੱਡ ਗਿਆ ਹੈ, ਤੈਨੂੰ ਆਪਣੀ ਫਿਲਮ ਵਿੱਚ ਲੈਣਾ ਚਾਹੁੰਦਾ ਹੈ। ਉਸ ਨੂੰ ਫ਼ੋਨ ਕਰ ਲਵੋ। ਮੈਂ ਕਿਹਾ, ਨਹੀਂ, ਇਹ ਪ੍ਰੋਡਿਊਸਰ ਐਵੇਂ ਹੀ ਗੱਪਾਂ ਛੱਪਾਂ ਮਾਰਦੇ ਰਹਿੰਦੇ ਨੇ। ਇੱਕ ਪ੍ਰੋਡਿਊਸਰ ਨੇ ਮੇਰੇ ਨਾਲ ਮਦਰਾਸ ਵੀ ਗੱਲ ਕੀਤੀ ਸੀ। ਦਰਅਸਲ ਮੈਂ ਆਪਣਾ ਮਨ ਮੁਕੰਮਲ ਤੌਰ 'ਤੇ ਤਿਆਰ ਨਹੀਂ ਸਾਂ ਕਰ ਸਕਿਆ ਕਿ ਕੰਮ ਕਰਨਾ ਹੈ ਜਾਂ ਨਹੀਂ। ਜੇ ਕੰਮ ਕਰਨ ਦੀ ਜਾਂਚ ਨਾ ਆਈ ਤਾਂ ਐਵੇਂ ਬਦਨਾਮੀ ਹੋਵੇਗੀ ਅਤੇ ਕੁਸ਼ਤੀ ਵਿੱਚ ਜਿਹੜਾ ਨਾਮ ਨਾ ਖੱਟਿਆ ਹੈ ਉਹ ਵੀ ਜਾਂਦਾ ਰਹੇਗਾ। ਦੂਸਰੇ ਪਾਸੇ ਜੀ ਵੀ ਕਰਦਾ ਸੀ ਅਤੇ ਮਨ ਕਹਿੰਦਾ ਸੀ ਜੇ ਫਿਲਮਾਂ ਵਿੱਚ ਕਾਮਯਾਬੀ ਮਿਲ ਗਈ ਤਾਂ ਬੁਢਾਪੇ ਦਾ ਸਹਾਰਾ ਇਹ ਕੰਮ ਮਿਲ ਜਾਵੇਗਾ, ਕਿਉਂਕਿ ਕੁਸ਼ਤੀਆਂ ਤਾਂ ਜਵਾਨੀ ਨਾਲ ਹੀ ਖਤਮ ਹੋ ਜਾਣਗੀਆਂ ਅਤੇ ਫਿਰ ਕਿਧਰੇ ਗਾਮੇ ਪਹਿਲਵਾਨ ਵਾਲਾ ਜਾਂ ਜੋ ਆਮ ਬੁੱਢਿਆਂ ਪਹਿਲਵਾਨਾਂ ਦਾ ਹਾਲ ਹੁੰਦਾ ਹੈ ਮੇਰਾ ਵੀ ਨਾ ਹੋਵੇ। ਆਖਰ ਸੋਚ ਵਿਚਾਰ ਕੇ ਨਿਰਣਾ ਕੀਤਾ ਕਿ ਕੁਸ਼ਤੀਆਂ ਵੀ ਨਾ ਛੱਡੋ ਅਤੇ ਫਿਲਮਾਂ ਵਿੱਚ ਕੋਸ਼ਿਸ਼ ਕਰ ਲਓ। ਦੂਸਰੇ ਦਿਨ ਦੁਪਹਿਰ ਨੂੰ ਨਿਰਮਾਤਾ ਦੇਵੀ ਸ਼ਰਮਾ ਮੇਰੇ ਕਮਰੇ ਵਿੱਚ ਆਇਆ। मुलाकात हुई तो कहने लगा, वही वाह, लोग हमारे पीछे घूम रहे हैं कि हम उन्हें फिल्म में काम दें, और हम आपके पीछे घूम रहे हैं और आप हमारी परवाह ही नहीं करते। मैं कहा, आप वाकई फिल्म बनाना चाहते हैं या फिल्म बनाने का ख्याल रखते हैं। कहने लगे, भाई मैं एक एस्टैब्लिश्ड प्रोड्यूसर हूँ और कई फिल्में बना चुका हूँ। अब मैं एक ऐसी फिल्म बनाना चाहता हूँ जैसी इंग्लिश ज़ुबान में बनी है, ठीक है, हरक्यूलिस इन चेन्स। मैं कहा, मुझे एक्टिंग तो आती नहीं, उसका क्या करेंगे। कहने लगे, हमारे डायरेक्टर बाबू भाई मिस्त्री ने आपकी कुश्तियाँ देखी हैं, उनका कहना है कि एक्टिंग की जिम्मेवारी उन पर छोड़ दी जाए। मैं कहा, फिर मुझे काम करने में कोई संकोच नहीं। कहने लगे, तो फिर लेने देने की बात कर ली जाए, मैं साइनिंग अमाउंट साथ लेकर आया हूँ। मैं कहा, आपने ये कैसे यकीन था आपको कि मैं काम करने के लिए राज़ी हो जाऊँगा। कहने लगे, जब तुमने मुझसे कांटेक्ट नहीं किया तो थोड़ा मायूस हुआ था, पर ना जाने क्यों मुझे विश्वास था कि तुम मेरी फिल्म में ज़रूर काम करोगे। अब आखिरी बात तय कर लो तो इत्मीनान हो जाए। मैं कहा, मैंने काम करने की हाँ कर दी है, अब लेन देन की बात बाद में कर लेंगे। पर देवी जी ਤਾਂ तुरंत फैसला करने ਲਈ काले सन। मैं कहा, ठीक है, फैसला अभी किए देते हैं। आपकी फिल्म में मुझे कितने दिन काम करना होगा। सोच के कहने लगे, 60 दिन तो लग ही जाएंगे। मैं कहा, फिर आप मुझे 60,000 रुपये दे दें। देवी शर्मा बड़े चतुर सन, भाप गए कि मैं ਤਾਂ ਸਿੱਧਾ ਦਿਨ ਦਾ 1,000 ਦੇ ਹਿਸਾਬ ਨਾਲ ਪੈਸੇ ਮੰਗੇ ਹਨ। ਕਹਿਣ ਲੱਗੇ, अगर काम कम दिन का हो तो। मैं कहा, कितने दिन का हो सकता है। कहने लगे, अगर काम 50 दिन का हो तो। मैं कहा, ठीक है, आप मुझे 50,000 दे देना। फिर वो कहने लगे, अगर काम 40 दिन का हो। तो मैं कहा, तो 40,000 दे देना, मगर इससे कम नहीं लूँगा, काम चाहे 30 दिन का हो। बड़े चालाक निकले। वो कहने लगे, 5,000 आप ये पकड़िए, जो मैं लेकर आया हूँ 1,000 रुपये हर रोज़ की शूटिंग पर लेते जाना। अगर तो काम 30 दिन में ख़त्म हो गया तो आपको मिलेंगे 35,000, और अगर काम 40 दिनों में ख़त्म हुआ तो आपको मिलेंगे 45,000। उसने इस ढंग नाल समझाया कि मैं मन गया। फैसला ये होया कि जे मैनू किसी दूसरे शहर विच कुश्तियाँ करदे नूं सद्दणगे तां आउण जाण दा हवाई जहाज़ का किराया ते होटल का रहन
ਸਹਿਣ ਆਦਿ ਦਾ ਖਰਚਾ ਵੀ ਇਹ ਦੇਣਗੇ, ਕਿਉਂਕਿ ਬੰਬਈ ਕੁਸ਼ਤੀਆਂ ਦਾ ਟੂਰਨਾਮੈਂਟ ਤਾਂ ਖਤਮ ਹੋਣ ਵਾਲਾ ਸੀ। ਦੇਵੀ ਸ਼ਰਮਾ ਦੀ ਫਿਲਮ ਦਾ ਨਾਂ ਕਿੰਗ ਕਾਂਗ ਸੀ। ਇਹ ਨਾਂ ਇਹਨਾਂ ਨੇ ਇੰਗਲਿਸ਼ ਫਿਲਮ ਕਿੰਗ ਕਾਂਗ ਵੇਖ ਕੇ ਰੱਖਿਆ ਸੀ। ਦਰਅਸਲ ਪਹਿਲਵਾਨ ਕਿੰਗ ਕਾਂਗ ਦਾ ਨਾਂ ਵੀ ਇਸ ਫਿਲਮ ਦੀ ਮਸ਼ਹੂਰੀ ਤੇ ਕਿੰਗ ਕਾਂਗ ਦੀ ਤਾਕਤ ਦੇ ਕ੍ਰਿਸ਼ਮੇ ਵੇਖ ਕੇ ਹੀ ਪਿਆ ਸੀ। ਕਿੰਗ ਕਾਂਗ ਦਾ ਅਸਲੀ ਨਾਂ ਐਮਲ ਜਜ਼ਾਇਆ ਸੀ। ਮੈਂ ਦੇਵੀ ਸ਼ਰਮਾ ਨੂੰ ਕਿਹਾ, ਜੇ ਫਿਲਮ ਦਾ ਨਾਂ ਕਿੰਗ ਕਾਂਗ ਰੱਖਿਆ ਹੈ ਤਾਂ ਪਹਿਲਵਾਨ ਕਿੰਗ ਕਾਂਗ ਨੂੰ ਵੀ ਲੈ ਲਓ, ਕਿਉਂਕਿ ਉਹਨਾਂ ਨੂੰ ਮੇਰੇ ਨਾਲ ਲੜਨ ਵਾਸਤੇ ਕੋਈ ਪਹਿਲਵਾਨ ਚਾਹੀਦਾ ਸੀ। ਮੇਰੀ ਗੱਲ ਦੇਵੀ ਸ਼ਰਮਾ ਨੂੰ ਪਸੰਦ ਆਈ ਤਾਂ ਉਹਨਾਂ ਜਾ ਕੇ ਕਿੰਗ ਕਾਂਗ ਨੂੰ ਸਾਈਨ ਕੀਤਾ। ਫਿਲਮ ਦੀ ਅੱਧੀ ਸ਼ੂਟਿੰਗ ਤਾਂ ਸਾਡੇ ਬੰਬਈ ਦੇ ਦੰਗਲਾਂ ਦੇ ਨਾਲ ਹੀ ਹੋ ਗਈ, ਪਰ ਇੱਕ ਵਾਰ ਦੇਵੀ ਸ਼ਰਮਾ ਦਾ ਖਾਮਖਾ ਨੁਕਸਾਨ ਹੋ ਗਿਆ। ਮੈਂ ਈਸਟ ਅਫਰੀਕਾ ਵਿੱਚ ਕੁਸ਼ਤੀਆਂ ਲੜ ਰਿਹਾ ਸੀ ਕਿ ਇਸ ਨੇ ਸ਼ੂਟਿੰਗ ਦਾ ਸ਼ੈਡਿਊਲ ਫਿਕਸ ਕਰ ਦਿੱਤਾ। ਮੈਂ ਨੈਰੋਬੀ ਤੋਂ ਬੰਬਈ ਪਹੁੰਚਿਆ। ਨੈਰੋਬੀ ਤੋਂ ਚੱਲਣ ਤੋਂ 2-3 ਦਿਨ ਪਹਿਲਾਂ ਪਤਾ ਲੱਗਾ ਕਿ ਪੀਲੇ ਬੁਖਾਰ ਦਾ ਟੀਕਾ ਲਗਵਾਉਣਾ ਹੈ। ਮੈਂ ਤਾਂ ਲਗਵਾ ਲਿਆ, ਪਰ ਬੰਬਈ ਏਅਰਪੋਰਟ ਅਥਾਰਟੀ ਨੇ ਮੈਨੂੰ ਕੁਰਾਟੀਨਾ ਵਿੱਚ ਬੰਦ ਕਰ ਦਿੱਤਾ। ਕਹਿਣ ਲੱਗੇ ਕਿ ਇਹ ਟੀਕਾ 15 ਦਿਨ ਪਹਿਲਾਂ ਲਗਵਾਉਣਾ ਚਾਹੀਦਾ ਸੀ। ਦੇਵੀ ਨੇ ਬੜੀ ਕੋਸ਼ਿਸ਼ ਕੀਤੀ ਕਿ ਕਿਸੇ ਤਰ੍ਹਾਂ ਮੈਨੂੰ ਸ਼ੂਟਿੰਗ ਕਰਨ ਦੀ ਇਜਾਜ਼ਤ ਮਿਲ ਜਾਵੇ, ਪਰ ਉਸ ਦੀ ਕਿਸੇ ਨਾ ਸੁਣੀ। ਉਹ ਰੋਜ਼ ਕੁਰਾਟੀਨਾ ਦੀਆਂ ਬੈਠਕਾਂ ਵਿੱਚ ਮੇਰੇ ਲਈ ਖਾਣਾ ਬਣਵਾ ਕੇ ਲਿਆਉਂਦਾ ਸੀ ਤੇ ਮੈਂ ਆਪਣੇ ਵਰਗੇ ਹੋਰ ਭੁਲੱਕੜਾਂ ਨਾਲ ਟੇਬਲ ਟੈਨਿਸ ਖੇਡ ਕੇ ਆਪਣੇ ਦਿਨ ਕੱਟਦਾ ਸੀ। ਜਦੋਂ 7 ਦਿਨ ਰਹਿਣ 'ਤੇ ਵੀ ਇਹ ਗੱਲ ਨਾ ਬਣੀ ਤਾਂ ਦੇਵੀ ਨੇ ਕਿਹਾ ਕਿ ਹੁਣ ਤਾਂ ਰੁਕਣਾ ਬੇਕਾਰ ਹੈ। ਇਹ ਸ਼ੂਟਿੰਗ ਹੁਣ ਦੁਬਾਰਾ ਕਰਨੀ ਪਵੇਗੀ, ਕਿਉਂਕਿ ਮੇਰੇ ਨਾਲ ਕੰਮ ਕਰਨ ਵਾਲੇ ਕਲਾਕਾਰ ਦੇ ਦਿਨ ਖਤਮ ਹੋ ਚੁੱਕੇ ਹਨ ਅਤੇ ਉਹਨਾਂ ਦੀਆਂ ਤਰੀਕਾਂ ਮੁੜ ਲੈਣੀਆਂ ਪੈਣਗੀਆਂ। ਕੁਰਾਟੀਨਾ ਵਿੱਚੋਂ ਹੀ ਨੈਰੋਬੀ ਦੀ ਵਾਪਸੀ ਦੀ ਟਿਕਟ ਲਈ ਤੇ ਅਫਰੀਕਾ ਜਾ ਪਹੁੰਚਿਆ। ਅਫਰੀਕਾ ਦੀ ਕੁਸ਼ਤੀਆਂ ਤੋਂ ਬਾਅਦ ਮੈਂ ਕਿੰਗ ਕਾਂਗ ਦੀ ਸ਼ੂਟਿੰਗ ਪੂਰੀ ਕਰ ਦਿੱਤੀ। ਕਲਕੱਤੇ ਵਿੱਚ ਘੋਲ ਤੇ ਬੰਬਈ ਵਿੱਚ ਸ਼ੂਟਿੰਗ ਕਰਨ ਮੈਂ ਆਉਂਦਾ ਜਾਂਦਾ ਰਿਹਾ। ਇੱਕ ਵਾਰ ਕਿੰਗ ਕਾਂਗ ਫਿਲਮ ਦੇ ਰਸ਼ ਪ੍ਰਿੰਟ ਵੇਖ ਕੇ ਅਸੀਂ ਬੰਬੇ ਲੈਬ ਤੋਂ ਬਾਹਰ ਨਿਕਲ ਗਏ। ਉਸ ਵਕਤ ਕੋਈ ਪੌਣੀ ਪਿਕਚਰ ਬਣੀ ਹੋਵੇਗੀ। ਮੈਨੂੰ ਪ੍ਰੋਡਿਊਸਰ ਮਿਲੇ, ਮਤਲਬ ਹੋਰ ਪ੍ਰੋਡਿਊਸਰ ਮਿਲੇ ਸਨ, ਅਤੇ ਉਹਨਾਂ ਵਿੱਚੋਂ ਇੱਕ ਪੰਜਾਬੀ ਅਤੇ ਇੱਕ ਰਾਜਸਥਾਨੀ ਸੀ। ਪੰਜਾਬੀ ਦਰਸ਼ਨ ਲਾਲ ਸੱਭਰਵਾਲ ਕਹਿਣ ਲੱਗਾ, ਪਹਿਲਵਾਨ ਤੇਰੇ ਨਾਲ ਇੱਕ ਗੱਲ ਕਰਨੀ ਹੈ। ਮੈਂ ਕਿਹਾ, ਹਜ਼ੂਰ ਦੱਸੋ ਕੀ ਗੱਲ ਕਰਨੀ ਹੈ। ਕਹਿਣ ਲੱਗੇ, ਚਲੋ ਇੱਕ ਰੈਸਟੋਰੈਂਟ ਵਿੱਚ ਬੈਠ ਕੇ ਗੱਲ ਕਰਦੇ ਹਾਂ। ਮੈਂ ਕਿਹਾ, ਠੀਕ ਹੈ। ਅਸੀਂ ਲੈਬ ਦੇ ਸਾਹਮਣੇ ਇੱਕ ਰੈਸਟੋਰੈਂਟ ਵਿੱਚ ਬੈਠ ਗਏ। ਦਰਸ਼ਨ ਲਾਲ ਨਾਲ ਆਈ ਦੂਸਰੇ ਸੱਜਣ ਦਾ ਨਾਂ ਰਾਮ ਕੁਮਾਰ ਵੋਰਾ ਸੀ, ਨੇ ਇੱਕ ਫਿਲਮ ਬਣਾਉਣ ਦੀ ਇੱਛਾ ਜ਼ਾਹਰ ਕੀਤੀ। ਕਹਿਣ ਲੱਗੇ, ਅਸੀਂ ਤੁਹਾਨੂੰ ਸਾਈਨ ਕਰਨਾ ਚਾਹੁੰਦੇ ਹਾਂ। ਮੈਂ ਕਿਹਾ, ਬੰਬਈ ਵਿੱਚ ਤਾਂ ਰਹਿੰਦਾ ਨਹੀਂ, ਬਾਹਰੋਂ ਸ਼ੂਟਿੰਗ ਵਾਸਤੇ ਆਉਣਾ ਪੈਂਦਾ ਹੈ। ਮੇਰੇ ਵਾਸਤੇ ਦਿੱਕਤ ਵਾਲੀ ਗੱਲ ਹੈ। ਫਿਰ ਵੀ ਮੈਂ ਤੁਹਾਨੂੰ ਸੋਚ ਕੇ ਦੱਸਾਂਗਾ। ਉਹਨਾਂ ਆਪਣੀ ਫਿਲਮ ਦੀ ਕਹਾਣੀ ਦੀ ਤਾਰੀਫ ਕੀਤੀ ਅਤੇ ਕਹਿਣ ਲੱਗੇ ਕਿ ਅਸੀਂ ਫਿਲਮਾਂ ਕਲਰ ਬਣਾਉਣੀਆਂ ਹਨ, ਦਰਸ਼ਨ ਬਣਾਏਗਾ। ਸੈਮਸਨ ਅਤੇ ਰਾਮ ਕੁਮਾਰ ਬਣਾਏਗਾ ਹਰਕਿਊਲਸ। ਮੈਂ ਕਿਹਾ, ਠੀਕ ਹੈ, ਮੈਂ ਥੋੜ੍ਹੇ ਦਿਨ ਬਾਅਦ ਸੋਚ ਕੇ ਦੱਸਾਂਗਾ। ਰਾਮ ਕੁਮਾਰ ਨੇ ਮੈਨੂੰ ਅਸਟੋਰੀਆ ਹੋਟਲ ਤੱਕ ਲਿਫਟ ਦਿੱਤੀ। ਰਾਹ ਵਿੱਚ ਗੱਲਾਂ ਕਰਦਿਆਂ ਮੈਂ ਉਹਨਾਂ ਨੂੰ ਕਿਹਾ ਕਿ ਮੇਰੇ ਕੰਮ ਕਰਨ ਦੇ ਮੁਆਵਜ਼ੇ ਤੋਂ ਇਲਾਵਾ ਜਿੱਥੋਂ ਵੀ ਮੈਂ ਆਵਾਂਗਾ, ਆਉਣ ਜਾਣ ਦਾ ਜੋ ਹਵਾਈ ਖਰਚਾ ਹੈ ਉਹ ਉਹਨਾਂ ਨੂੰ ਦੇਣਾ ਪਵੇਗਾ, ਠੀਕ ਹੈ ਨਾ, ਅਤੇ ਹੋਟਲ ਦੇ ਵਿੱਚ ਰਹਿਣ ਦਾ ਵੀ ਖਰਚਾ ਉਹਨਾਂ ਨੂੰ ਦੇਣਾ ਪਵੇਗਾ। ਰਾਮ ਕੁਮਾਰ ਕਹਿਣ ਲੱਗਾ, ਪਹਿਲਵਾਨ मेरी ये पेशन गोई है कि अब आप हमेशा बम्बई में ही रहना शुरू कर देंगे। आपके पास फिल्मों का इतना काम आएगा कि आप कुश्तियाँ छोड़ कर सिर्फ फिल्मों में ही काम करने लगेंगे। मैं कहा, आगे चलकर क्या होगा कोई नहीं जानता। हाँ, अब मैं ये जानता हूँ कि फिल्मों में काम करने के लिए कुश्तियाँ नहीं छोड़ूंगा। दूसरे दिन मैं शूटिंग करदियाँ ਆਪਣੇ ਡਾਇਰੈਕਟਰ ਬਾਬੂ ਭਾਈ ਮਿਸਤਰੀ ਦੀ ਸਲਾਹ ਪੁੱਛੀ ਕਿ ਦਰਸ਼ਨ ਅਤੇ ਰਾਮ ਕੁਮਾਰ ਦੀਆਂ ਫਿਲਮਾਂ ਸਾਈਨ ਕਰਨੀਆਂ ਚਾਹੀਦੀਆਂ ਹਨ ਜਾਂ नहीं। बाबू भाई ने कहा, अगर तो फिल्मों में काम करना चाहते हो तो ज़रूर फिल्में साइन कर लो, क्योंकि एक फ़िल्म की कामयाबी हो या ना हो कोई नहीं जानता, मगर 3 में से कोई एक तो कामयाब होगी। मैं कहा, ठीक है, दोनों में से एक साइन करते हैं। मैं हाली सोच विचार ही कर रहा सी कि 2 दिन बाद रंजीत स्टूडियो मेरी शूटिंग ते दर्शन आया ते ज़बरदस्ती मेरे हत्थां विच 500 रुपये टोकन मनी
ਫੜਾ ਗਿਆ ਤੇ ਜਾ ਕੇ ਰਾਮ ਕੁਮਾਰ ਨੂੰ ਕਹਿ ਦਿੱਤਾ ਕਿ ਮੈਂ ਤਾਂ ਪਹਿਲਵਾਨ ਨੂੰ ਸਾਈਨ ਕਰ ਆਇਆ ਹਾਂ। ਰਾਮ ਕੁਮਾਰ ਤਾਂ ਮੇਰੇ ਪਿੱਛੇ ਹੀ ਪੈ ਗਿਆ, कहने लगा कि आपने उसकी फ़िल्म साइन कर ली, अब हमारी नहीं करोगे तो हमारी बदनामी होगी। मैंने और दर्शन ने एक साथ आपसे बात की थी। मैं कहा कि मैं दो में से एक करना चाहता हूँ या मैंने कर ली, अब आप मुझे माफ़ करो। पर राम कुमार भी 1000 रुपये मेरे हत्थां विच फड़ा के चलदा बनिया। इन्हां दोहां नूं मैं पहली फिल्म के कंट्रैक्ट की रकम दस चुका सी ਤੇ ਇਹ ਇਸ ਤੋਂ ਵੀ ਘੱਟ ਪੈਸੇ ਦੇਣੇ ਚਾਹੁੰਦੇ ਸਨ ਕਿਉਂਕਿ ਇਹ ਫਿਲਮਾਂ ਰੰਗਦਾਰ ਬਣਾਉਣੀਆਂ ਚਾਹੁੰਦੇ ਸਨ। ਹਾਂ, ਇਹ ਗੱਲ ਕਹਿੰਦੇ ਸਨ ਕਿ ਜੇ ਫਿਲਮ ਕਿਸੇ ਵੀ ਥੀਏਟਰ ਵਿੱਚ 15 ਹਫ਼ਤੇ ਤੱਕ ਲਗਾਤਾਰ ਚੱਲ ਜਾਵੇ ਤਾਂ ਉਹ ਮੈਨੂੰ ਕਿੰਗ ਕੌਂਗ ਜਿੰਨੇ ਪੈਸੇ ਦੇਣਗੇ, ਨਹੀਂ ਤਾਂ 10-10 ਹਜ਼ਾਰ ਘੱਟ। ਖੈਰ ਜੋ ਵੀ ਹੋਇਆ ਠੀਕ ਹੀ ਹੋਇਆ। ਦਰਸ਼ਨ ਲਾਲ ਨੇ ਤਾਂ ਸੈਮਸਨ ਫਿਲਮ ਦੀ ਸ਼ੂਟਿੰਗ ਕਿੰਗ ਕਾਂਗ ਪੂਰੀ ਹੋਣ ਤੋਂ ਪਹਿਲਾਂ ਆਰੰਭ ਕਰ ਦਿੱਤੀ, ਪਰ ਹਰਕਿਊਲਸ ਉਦੋਂ ਸ਼ੁਰੂ ਹੋਈ ਜਦੋਂ ਕਿੰਗ ਕਾਂਗ ਹਿੱਟ ਹੋ ਗਈ ਸੀ ਤੇ ਮੇਰਾ ਦੂਸਰੇ ਨਿਰਮਾਤਾਵਾਂ ਨਾਲ ਕੰਟਰੈਕਟ ਦੁੱਗਣੇ ਤੋਂ ਵੀ ਜ਼ਿਆਦਾ ਪੈਸਿਆਂ ਦਾ ਹੁੰਦਾ ਸੀ, ਪਰ ਮੈਂ ਇਹਨਾਂ ਨਾਲ ਜ਼ੁਬਾਨ ਕੀਤੀ ਸੀ, ਉਸੇ ਵਿੱਚ ਕੰਮ ਕੀਤਾ। ਇਹਨਾਂ ਦਿਨਾਂ ਵਿੱਚ ਮੈਂ ਬੰਬਈ ਵਿੱਚ ਫਲੈਟ ਵੀ ਖਰੀਦ ਲਿਆ। ਸੋਚਿਆ ਜੇ ਫਿਲਮਾਂ ਵਿੱਚ ਕਾਮਯਾਬੀ ਹਾਸਲ ਹੋ ਗਈ ਤਾਂ ਵਾਹਵਾ, ਵਰਨਾ ਕੁਸ਼ਤੀਆਂ ਲਈ ਵੀ ਬੰਬਈ ਨੂੰ ਕੇਂਦਰ ਬਣਾਇਆ ਜਾਵੇ। ਕਿੰਗ ਕਾਂਗ ਦੀ ਸ਼ੂਟਿੰਗ ਖਤਮ ਹੋ ਗਈ ਸੀ। ਮਾਰਚ 1962 ਵਿੱਚ ਅਸੀਂ ਬਰੂਆ ਸਾਹਿਬ ਲਈ ਗੁਹਾਟੀ ਕੁਸ਼ਤੀਆਂ ਲੜ ਰਹੀ ਸੀ ਕਿ ਮੈਨੂੰ ਅੰਮ੍ਰਿਤਸਰ ਵਿੱਚੋਂ ਚਿੱਠੀ ਆਈ ਕਿ ਮੈਂ ਇੱਕ ਲੜਕੀ ਦਾ ਬਾਪ ਬਣ ਗਿਆ ਹਾਂ। ਥੋੜ੍ਹੇ ਦਿਨਾਂ ਬਾਅਦ ਵਹੁਟੀ ਦਾ ਖੱਤ ਆਇਆ। ਲਿਖਿਆ ਸੀ ਕਿ ਉਸ ਨੂੰ ਅਫਸੋਸ ਹੈ ਕਿ ਉਹ ਸਾਨੂੰ ਲੜਕਾ ਨਹੀਂ ਦੇ ਸਕੀ। ਮੈਂ ਇਸ ਸੌੜੀ ਸੋਚ ਵਿਚਾਰ ਵਿੱਚੋਂ ਬਾਹਰ ਨਿਕਲ ਚੁੱਕਾ ਸਾਂ। ਸ਼ਾਇਦ ਬਾਹਰਲੇ ਮੁਲਕਾਂ ਦੇ ਸੱਭਿਅਤਾ ਅਤੇ ਸੱਭਿਆਚਾਰ ਦਾ ਅਸਰ ਮੇਰੇ ਮਨ 'ਤੇ ਸੀ। ਮੈਂ ਲੜਕੇ ਅਤੇ ਲੜਕੀ ਵਿੱਚ ਜ਼ਿਆਦਾ ਫਰਕ ਨਹੀਂ ਸਾਂ ਮਹਿਸੂਸ ਕਰ ਰਿਹਾ ਅਤੇ ਮੈਂ ਆਪਣੇ ਦਿਲ ਦੀ ਗੱਲ ਵਹੁਟੀ ਨੂੰ ਲਿਖ ਭੇਜੀ। ਸੰਤਾਨ ਸੰਤਾਨ ਹੈ, ਭਾਵੇਂ ਲੜਕਾ ਅਤੇ ਭਾਵੇਂ ਲੜਕੀ। ਅਸੀਂ ਆਪਣੇ ਕਲਚਰ ਮੁਤਾਬਕ ਔਲਾਦ ਇਸ ਕਰਕੇ ਚਾਹੁੰਦੇ ਹਾਂ ਕਿ ਸਾਡੇ ਪਿੱਛੋਂ ਸਾਡਾ ਕੋਈ ਨਾਂ ਲੈਂਦਾ ਰਹੇ ਅਤੇ ਬੁਢਾਪੇ ਵਿੱਚ ਸੇਵਾ ਕਰਵਾਉਣ ਦਾ ਲਾਲਚ ਵੀ ਸਾਡੇ ਮਨ ਵਿੱਚ ਹੁੰਦਾ ਹੈ। ਇਹਨਾਂ ਉੱਪਰ ਵਾਲੇ ਕੰਮਾਂ ਨੂੰ ਪੂਰਾ ਕਰਨ ਲਈ ਲੜਕਾ ਜਾਂ ਲੜਕੀ ਦੋਵੇਂ ਇੱਕੋ ਜਿਹਾ ਕੰਮ ਕਰ ਸਕਦੇ ਹਨ, ਪਰ ਸ਼ਰਤ ਇਹ ਹੈ ਕਿ ਤੁਹਾਡੇ ਵਿੱਚ ਆਪਣੇ ਕੰਮ ਕਰਵਾਉਣ ਦੀ ਸਮਰੱਥਾ ਹੋਣੀ ਚਾਹੀਦੀ ਹੈ। ਮੈਂ ਆਪਣੇ ਸਾਥੀ ਪਹਿਲਵਾਨ ਨੂੰ ਲੜਕੀ ਦਾ ਪਿਤਾ ਬਣਨ ਦੀ ਖੁਸ਼ੀ ਵਿੱਚ ਪਾਰਟੀ ਦਿੱਤੀ। ਸਾਰਿਆਂ ਨੇ ਦਾਰੂ ਵਗੈਰਾ ਪੀਤੀ ਅਤੇ ਖੁਸ਼ੀਆਂ ਮਨਾਈਆਂ। ਇੱਕ ਦੋ ਨੇ ਕਿਹਾ, ਕੋਈ ਗੱਲ ਨਹੀਂ, ਰੱਬ ਲੜਕਾ ਵੀ ਜ਼ਰੂਰ ਦੇਵੇਗਾ। ਮੈਂ ਕਿਹਾ, ਭਾਈ ਇਹ ਪਾਰਟੀ ਖੁਸ਼ੀ ਮਨਾਉਣ ਲਈ ਦੇ ਰਿਹਾ ਹਾਂ, ਸੋਗ ਮਨਾਉਣ ਲਈ ਨਹੀਂ। ਫਿਰ ਇੱਕ ਨੇ ਕਿਹਾ, ਭਈ ਵਾਹ, ਸਾਡੇ ਪਹਿਲਵਾਨ ਦਾ ਦਿਲ ਬੜਾ ਵੱਡਾ ਹੈ। ਮੈਂ ਇਸ ਮਾਮਲੇ 'ਤੇ ਚੁੱਪ ਰਹਿਣਾ ਹੀ ਠੀਕ ਸਮਝਿਆ ਅਤੇ ਉਹਨਾਂ ਦਾ ਰੁਖ ਵੇਖ ਕੇ ਹੋਰ ਪਾਸੇ ਦੀਆਂ ਗੱਲਾਂ ਸ਼ੁਰੂ ਕਰ ਦਿੱਤੀਆਂ। ਤਾਂ ਜਾ ਕੇ ਪਾਰਟੀ ਦਾ ਮਾਹੌਲ ਬਦਲਿਆ। 1962 ਦੇ ਅਗਸਤ ਮਹੀਨੇ ਵਿੱਚ ਮੈਂ ਆਪਣੀ ਪਤਨੀ ਅਤੇ ਧੀ ਨੂੰ ਬੰਬਈ ਬੁਲਾ ਲਿਆ। ਇਸੇ ਮਹੀਨੇ ਕਿੰਗ ਕਾਂਗ ਫਿਲਮ ਰਿਲੀਜ਼ ਹੋਈ ਸੀ। ਇਹ ਫਿਲਮ ਇੰਨੀ ਕਾਮਯਾਬ ਹੋਈ ਕਿ ਬਹੁਤ ਸਾਰੇ ਨਿਰਮਾਤਾਵਾਂ ਨੇ ਮੇਰੇ ਕੋਲ ਆਏ ਅਤੇ ਮੈਨੂੰ ਸ਼ੂਟਿੰਗ ਦੀਆਂ ਤਰੀਕਾਂ ਮੁਕੱਰਰ ਕਰਨ ਵਾਸਤੇ ਇੱਕ ਸੈਕਟਰੀ ਦੀ ਲੋੜ ਪੈ ਗਈ। ਪਰ ਲਲਿਤ ਸੀ ਦੋਸ਼ੀ, ਜੋ ਲਲਿਤ ਬਾਈ ਦੇ ਨਾਂ ਨਾਲ ਜਾਣੇ ਜਾਂਦੇ ਸਨ, ਨੂੰ ਸੈਕਟਰੀ ਮੁਕੱਰਰ ਕੀਤਾ ਗਿਆ। ਇਹ ਗੁਜਰਾਤ ਦੇ ਰਹਿਣ ਵਾਲੇ ਸਨ, ਪਰ ਬੰਬਈ ਪੱਕੇ ਤੌਰ 'ਤੇ ਸੈਟਲ ਹੋ ਚੁੱਕੇ ਸਨ। ਸੈਕਟਰੀਸ਼ਿਪ ਦੇ ਕੰਮ ਵਿੱਚ ਬੜੇ ਹੀ ਸਿਆਣੇ ਬੰਦੇ ਸਾਬਤ ਹੋਏ। ਮੇਰੇ ਇਲਾਵਾ ਇਹ ਅਜੀਤ ਅਤੇ ਪ੍ਰਾਣ ਸਾਹਿਬ ਦਾ ਵੀ ਕੰਮ ਵੇਖਦੇ ਸਨ। ਤਜਰਬੇ ਕਾਰਨ ਇਹਨਾਂ ਦਾ ਨਾਂ ਨਿਰਮਾਤਾ ਪਹਿਲਾਂ ਹੀ ਜਾਣਦੇ ਸਨ। ਮੇਰੇ ਕੋਲ ਫਿਲਮਾਂ ਦਾ ਕੰਮ ਇੰਨਾ ਜ਼ਿਆਦਾ ਹੋ ਗਿਆ ਕਿ ਸਿਰਫ ਲਲਿਤ ਭਾਈ ਨੂੰ ਹੀ ਪਤਾ ਹੁੰਦਾ ਕਿ ਮੇਰੀਆਂ ਕਿੰਨੀਆਂ ਤਰੀਕਾਂ ਕਿਸ ਫਿਲਮ ਨਿਰਮਾਤਾ ਕੋਲ ਹਨ, ਕਿਸ ਵੇਲੇ ਅਤੇ ਕਿੱਥੇ ਸ਼ੂਟਿੰਗ ਕਰਨ ਜਾਣਾ ਹੈ। ਰੋਜ਼ ਸਵੇਰੇ ਲਲਿਤ ਭਾਈ ਆ ਜਾਂਦੇ ਪ੍ਰੋਗਰਾਮ ਦੱਸਣ। ਮੈਂ ਆਪਣੀ ਕਾਰ ਖੁਦ ਚਲਾਉਂਦਾ ਹੁੰਦਾ ਸੀ। 1959 ਵਿੱਚ ਮੈਂ ਇੱਕ ਅੰਬੈਸਡਰ ਕਾਰ ਖਰੀਦ ਲਈ ਸੀ ਅਤੇ ਜਿੱਥੇ ਵੀ ਕੁਸ਼ਤੀਆਂ ਹੋਣ ਕਾਰ 'ਤੇ ਜਾਇਆ ਕਰਦਾ ਸੀ। ਇਹ ਕਾਰ ਇੰਨੀ ਚੰਗੀ ਸੀ ਕਿ ਇਸਨੇ ਮੈਨੂੰ ਰਸਤੇ ਵਿੱਚ ਕਦੀ ਧੋਖਾ ਨਹੀਂ ਦਿੱਤਾ। ਮਦਰਾਸ ਤੋਂ, ਸ਼੍ਰੀਨਗਰ ਅਤੇ ਕਲਕੱਤੇ ਤੋਂ
ਕਲਕੱਤੇ ਤੋਂ ਬੰਬਈ ਤੱਕ ਅਸੀਂ ਇਸ 'ਤੇ ਸਫ਼ਰ ਕਰਦੇ ਰਹੇ। ਲਲਿਤ ਭਾਈ ਨੇ ਜ਼ਬਰਦਸਤੀ ਇੱਕ ਡਰਾਈਵਰ ਰਖਵਾ ਦਿੱਤਾ। ਕਹਿਣ ਲੱਗੇ, ਜਦੋਂ ਸ਼ੂਟਿੰਗ ਕਰਕੇ ਥੱਕ ਜਾਂਦੇ ਹੋ ਤਾਂ ਕਾਰ ਡਰਾਈਵ ਕਰਨਾ ਠੀਕ ਨਹੀਂ। ਨਾਲੇ ਸ਼ੂਟਿੰਗ ਦੇ ਦੌਰਾਨ ਇੱਕ ਸੇਵਾਦਾਰ ਵੀ ਚਾਹੀਦਾ ਹੈ, ਕਿਉਂਕਿ ਜ਼ਿਆਦਾਤਰ ਮੈਂ ਆਪਣਾ ਦੁਪਹਿਰ ਦਾ ਖਾਣਾ ਘਰੋਂ ਲੈ ਜਾਇਆ ਕਰਦਾ ਸੀ। ਪੈਸੇ ਜ਼ਿਆਦਾ ਆਉਣ ਕਰਕੇ ਜਾਂ ਸ਼ੋਅਮੈਨਸ਼ਿਪ ਕਰਕੇ ਪਤਾ ਨਹੀਂ ਕਿਉਂ, ਪਰ ਲਲਿਤ ਭਾਈ ਨੇ ਮੈਨੂੰ ਕਾਰ ਨਾ ਚਲਾਉਣ ਦੀ ਹਦਾਇਤ ਕਰਕੇ ਨਿਕੰਮਾ ਬਣਾ ਦਿੱਤਾ। ਫਿਰ ਡਰਾਈਵਰ ਰੱਖਣ ਦੀ ਆਦਤ ਜਿਹੀ ਪੈ ਗਈ। ਫਿਰ ਉਸਨੇ ਮੇਰੀ ਕਾਰ ਵੀ ਬਦਲ ਦਿੱਤੀ। ਅੰਬੈਸਡਰ ਦੀ ਥਾਂ 'ਤੇ ਮਰਸਡੀਜ਼ ਆ ਗਈ। ਪਰ ਮੈਂ ਆਪਣੀ ਅੰਬੈਸਡਰ ਨੂੰ ਛੱਡਣ ਲਈ ਤਿਆਰ ਨਹੀਂ ਸੀ। ਲਲਿਤ ਨੇ ਕਿਹਾ, ਠੀਕ ਹੈ, ਜੇ ਤੁਸੀਂ ਇਸ ਨੂੰ ਨਹੀਂ ਵੇਚਣਾ ਚਾਹੁੰਦੇ ਤਾਂ ਇਹ ਵੀ ਰੱਖੀ ਰੱਖੋ, ਇਸ ਨੂੰ ਮੈਂ ਚਲਾ ਲਿਆ ਕਰਾਂਗਾ। ਇਹ ਕਾਰ ਲਲਿਤ ਬਾਈ ਕੋਲ ਕੋਈ 7-8 ਸਾਲ ਰਹੀ ਹੋਣੀ ਹੈ। ਮੇਰੀ ਫਿਲਮਾਂ ਵਿੱਚ ਬਹੁਤ ਮਸ਼ਹੂਰੀ ਹੋਈ ਤਾਂ ਕੁਸ਼ਤੀ ਦੇ ਸ਼ੌਕੀਨਾਂ ਨੂੰ ਬਹੁਤ ਗੁੱਸਾ ਆਇਆ। ਮੇਰੇ ਚਾਹੁਣ ਵਾਲਿਆਂ ਨੇ ਮੈਨੂੰ ਬਹੁਤ ਖੱਤ ਲਿਖੇ। ਉੱਤਰ ਪ੍ਰਦੇਸ਼ ਵਿੱਚੋਂ ਕਿਸੇ ਨੇ ਮੈਨੂੰ ਖੱਤ ਲਿਖਿਆ, ਜਿਸ ਵਿੱਚ ਉਸਨੇ ਸ਼ਿਕਵਿਆਂ ਭਰੀ ਇੱਕ ਲੰਮੀ ਕਵਿਤਾ ਲਿਖੀ। ਉਸਦੇ ਕੁਝ ਬੋਲ ਇਸ ਤਰ੍ਹਾਂ ਸਨ, ਤੁਮ ਭਾਰਤ ਕੇ ਭੀਮ ਹੋ, ਬਜਾਤੇ ਕਿਉਂ ਬੀਨ ਹੋ ਆਦਿ। ਅਤੇ ਮੈਂ ਉਹਨਾਂ ਨੇ ਕਿਹਾ ਕਿ ਮੈਂ ਕੁਸ਼ਤੀਆਂ ਬਿਲਕੁਲ ਨਹੀਂ ਛੱਡ ਰਿਹਾ, ਬਕਾਇਦਾ ਜ਼ੋਰ ਜਾਰੀ ਹਨ ਤਾਂ ਕਿਤੇ ਉਹਨਾਂ ਨੂੰ ਧੀਰਜ ਆਈ। ਉਹਨਾਂ ਦਾ ਖਿਆਲ ਸੀ ਕਿ ਫਿਲਮਾਂ ਦੀ ਚਮਕ ਧਮਕ ਅਤੇ ਹੁਸਨ ਦਾ ਬੋਲ ਬਾਲਾ ਪਹਿਲਵਾਨ ਨੂੰ ਪਹਿਲਵਾਨੀ ਭੁਲਾ ਦੇਗਾ। ਪਰ ਮੈਂ ਆਪਣੇ ਇਰਾਦੇ ਦਾ ਪੱਕਾ ਸੀ। ਫਿਲਮਾਂ ਵਿੱਚ ਕੰਮ ਕਰਨ ਤੋਂ ਇਲਾਵਾ ਮੈਂ ਫਿਲਮੀ ਦੁਨੀਆ ਦੀਆਂ ਰੰਗੀਨੀਆਂ ਤੋਂ ਦੂਰ ਰਹਿੰਦਾ ਸੀ। ਦੇਰ ਰਾਤ ਤੱਕ ਪਾਰਟੀਆਂ 'ਤੇ ਨਹੀਂ ਸਾਂ ਜਾਂਦਾ। 2-3 ਸਾਲ ਫਿਲਮਾਂ ਵਿੱਚ ਰਹਿਣ ਤੋਂ ਬਾਅਦ ਮੈਂ ਪੂਰੀ ਲਗਨ ਨਾਲ ਘੁਲਦਾ ਰਿਹਾ ਤਾਂ ਕਿਤੇ ਜਾ ਕੇ ਮੇਰੇ ਚਾਹੁਣ ਵਾਲਿਆਂ ਨੂੰ ਯਕੀਨ ਆਏ ਕਿ ਵਾਕਈ ਹੀ ਮੈਂ ਸੱਚ ਬੋਲ ਰਿਹਾ ਹਾਂ। ਮੁਸ਼ਕਲ ਤਾਂ ਬਹੁਤ ਸੀ, ਪਰ ਵਰਜਿਸ਼ ਵਾਸਤੇ ਮੈਂ ਸਮਾਂ ਜ਼ਰੂਰੀ ਕੱਢਦਾ ਸੀ। ਨਾਲੇ ਸ਼ੁਰੂ ਦੀਆਂ ਫਿਲਮਾਂ ਵਿੱਚ ਵੀ ਕੁਸ਼ਤੀ ਲੜਨਾ ਅਤੇ ਲੜਾਈ ਦੇ ਸੀਨ ਕਰਨੇ ਮੇਰਾ ਨਿੱਤ ਦਾ ਕੰਮ ਸੀ। ਪਹਿਲੀਆਂ 4-5 ਫਿਲਮਾਂ ਵਿੱਚ ਮੇਰੀ ਆਪਣੀ ਆਵਾਜ਼ ਦੀ ਥਾਂ ਕਿਸੇ ਹੋਰ ਦੀ ਆਵਾਜ਼ ਭਰੀ ਗਈ ਤਾਂ ਮੈਨੂੰ ਬਹੁਤ ਬੁਰਾ ਲੱਗਾ। ਮੈਂ ਉਰਦੂ ਜ਼ਬਾਨ ਸਿੱਖਣ ਵਾਸਤੇ ਇੱਕ ਮਾਸਟਰ ਰੱਖ ਲਿਆ। ਪੰਜਾਬੀ ਦਾ ਤਾਂ ਮੈਂ ਪੂਰਾ ਗ੍ਰੰਥੀ ਸੀ, ਕਿਉਂਕਿ ਪਿੰਡ ਛੱਡਣ ਤੋਂ ਪਹਿਲਾਂ ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਲਿਆ ਕਰਦਾ ਸੀ ਅਤੇ ਸਿੰਗਾਪੁਰ ਜਾ ਕੇ ਇੰਗਲਿਸ਼ ਅਤੇ ਹਿੰਦੀ ਜ਼ਬਾਨਾਂ ਵੀ ਗੁਜ਼ਾਰੇ ਜੋਗੀਆਂ ਸਿੱਖ ਹੀ ਲਈਆਂ। ਪਰ ਫਿਲਮਾਂ ਵਾਸਤੇ ਉਰਦੂ ਸਿੱਖਣੀ ਬਹੁਤ ਜ਼ਰੂਰੀ ਸੀ। ਮੈਂ ਰਾਜਕੁਮਾਰ ਕੋਹਲੀ ਦੀ ਫਿਲਮ ਏਕ ਥਾ ਅਲੀ ਬਾਬਾ ਸਾਈਨ ਕੀਤੀ ਤਾਂ ਉਸਦੇ ਡਾਇਰੈਕਟਰ ਹਰਬੰਸ ਨੇ ਮੈਨੂੰ ਕਿਹਾ, ਪਹਿਲਵਾਨ, ਤੇਰੀ ਆਵਾਜ਼ ਵਿੱਚ ਬੜਾ ਬੇਸ ਹੈ। ਮੈਂ ਏਕ ਥਾ ਅਲੀ ਬਾਬਾ ਵਿੱਚ ਤੇਰੀ ਆਵਾਜ਼ ਰੱਖਾਂਗਾ, ਇਸ ਵਾਸਤੇ ਤੂੰ ਉਰਦੂ ਜ਼ਬਾਨ ਸਿੱਖ ਲੈ। ਮਾਸਟਰ ਹਸਨ ਨਿਸ਼ੀ ਦਾ ਵੀ ਮਾਸਟਰ ਬਣ ਚੁੱਕਾ ਸੀ, ਇਸ ਲਈ ਮੈਨੂੰ ਉਸਦੀ ਦੱਸ ਪਾਈ ਗਈ। ਮੈਂ ਮਾਸਟਰ ਜੀ ਨੂੰ ਉਰਦੂ ਜ਼ਬਾਨ ਸਿਖਾਉਣ ਲਈ ਮੁਕਰਰ ਕਰ ਲਿਆ, ਪਰ ਮੇਰੇ ਕੋਲ ਸਮਾਂ ਬਿਲਕੁਲ ਨਹੀਂ ਸੀ। ਇਸ ਲਈ ਵਿਚਾਰੇ ਦੁਪਹਿਰ ਨੂੰ ਖਾਣੇ ਵਾਸਤੇ 1 ਘੰਟੇ ਦੀ ਛੁੱਟੀ ਵੇਲੇ ਮੈਨੂੰ ਪੜ੍ਹਾਉਂਦੇ ਸਨ। ਜਿਸ ਸਟੂਡੀਓ ਵਿੱਚ ਵੀ ਸ਼ੂਟਿੰਗ ਹੁੰਦੀ ਸੀ, ਮਾਸਟਰ ਹਸਨ ਉੱਥੇ ਪਹੁੰਚ ਜਾਇਆ ਕਰਦੇ ਸਨ। 6 ਮਹੀਨੇ ਦੀ ਮਿਹਨਤ ਦੇ ਬਾਅਦ ਮੈਂ ਉਰਦੂ ਬੋਲਣ ਅਤੇ ਥੋੜ੍ਹੀ ਬਹੁਤੀ ਲਿਖਣ ਵੀ ਲੱਗ ਗਿਆ। ਮਾਸਟਰ ਜੀ ਨੇ ਖਾਸ ਕਰਕੇ ਬੋਲਣ ਦੇ ਜੋ ਢੰਗ ਦੱਸੇ ਸਨ, ਉਹ ਬਹੁਤ ਲਾਭਦਾਇਕ ਸਿੱਧ ਹੋਏ। ਇਹਨਾਂ ਕੋਲੋਂ ਹੀ ਮੈਨੂੰ ਜ, ਜ਼ ਅਤੇ ਯ ਸ਼ਬਦ ਦੇ ਉਚਾਰਨ ਅਤੇ ਬਾਕੀ ਲਫ਼ਜ਼ਾਂ ਦੀਆਂ ਬਰੀਕੀਆਂ ਦਾ ਪਤਾ ਲੱਗਾ। ਤਾਂ ਜਾ ਕੇ ਕਿਤੇ 1956 ਵਾਲੇ ਨਿਰਮਾਤਾ ਅਤੇ ਨਿਰਦੇਸ਼ਕ ਨਾਲੋਂ ਮੇਰੀ ਨਾਰਾਜ਼ਗੀ ਹਟੀ, ਨਹੀਂ ਤਾਂ ਮੈਂ ਉਹਨਾਂ ਨੂੰ ਹੀ ਦੋਸ਼ੀ ਸਮਝੀ ਜਾਂਦਾ ਸੀ। ਏਕ ਥਾ ਅਲੀ ਬਾਬਾ ਦੇ ਇੱਕ ਸੀਨ ਦੀ ਗੱਲ ਮੈਨੂੰ ਕਦੀ ਨਹੀਂ ਭੁੱਲ ਸਕਦੀ। ਡਾਇਰੈਕਟਰ ਹਰਬੰਸ ਬਜ਼ਿੱਦ ਸੀ ਕਿ ਆਵਾਜ਼ ਮੇਰੀ ਹੀ ਰਹੇਗੀ, ਇਸ ਲਈ ਸਹੀ ਬੁਲਵਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਮੇਰਾ ਤੇ ਖਲਨਾਇਕ ਰਾਮ ਸਿੰਘ ਦਾ ਸੀਨ ਚੱਲ ਰਿਹਾ ਸੀ। ਤੇ ਮੇਰੇ ਕੋਲੋਂ ਇਜਾਜ਼ਤ ਲਫ਼ਜ਼ ਠੀਕ ਨਹੀਂ ਸੀ ਬੋਲਿਆ ਜਾ ਰਿਹਾ ਅਤੇ ਕਹਿਣਾ ਸਿਰਫ ਇੰਨਾ ਹੀ ਸੀ, ਖਾਦਿਮ ਕੋ ਅੰਦਰ ਆਨੇ ਕੀ ਇਜਾਜ਼ਤ ਹੈ। ਸ਼ਾਮ ਨੂੰ ਸ਼ੂਟਿੰਗ ਖਤਮ ਹੋਣ ਪਿੱਛੋਂ ਮੈਨੂੰ ਤੇ ਰਾਮ ਸਿੰਘ ਨੂੰ ਇੱਕੋ ਵੇਲੇ ਕਾਰ ਵਿੱਚ ਸਫ਼ਰ ਕਰਨ ਦਾ ਮੌਕਾ ਮਿਲਿਆ। ਮੈਨੂੰ ਉਦਾਸ ਵੇਖ ਕੇ ਰਾਮ ਸਿੰਘ ਕਹਿਣ ਲੱਗਾ, ਘਬਰਾਉਣ ਦੀ ਅਤੇ ਉਦਾਸ ਹੋਣ ਦੀ ਲੋੜ ਨਹੀਂ, ਹਰ ਨਵੇਂ ਬੰਦੇ ਨਾਲ ਇਸ ਤਰ੍ਹਾਂ ਹੁੰਦਾ ਹੀ ਹੈ। ਮੈਂ ਜਦੋਂ ਨਵਾਂ ਫਿਲਮਾਂ ਵਿੱਚ ਆਇਆ ਤਾਂ ਇਸੇ ਤਰ੍ਹਾਂ ਬੋਲਣ ਵਿੱਚ ਦਿੱਕਤਾਂ ਆਉਂਦੀਆਂ ਸਨ, ਪਰ ਅੱਜ ਮੈਂ ਲੋਕਾਂ ਨੂੰ ਬੋਲਣਾ ਸਿਖਾਉਂਦਾ ਹਾਂ। ਰਾਮ ਸਿੰਘ ਦੀ ਇਸ ਗੱਲ ਨੇ ਮੈਨੂੰ ਬੜਾ ਹੌਸਲਾ ਦਿੱਤਾ ਅਤੇ ਮੈਂ ਸੋਚਣ ਲੱਗ ਪਿਆ, ਭਾਈ ਕੀ ਪਤਾ ਰਾਮ ਸਿੰਘ ਵਾਂਗੂ ਮੈਂ ਵੀ ਇੱਕ ਦਿਨ ਇੰਨਾ ਤਜਰਬੇਕਾਰ ਹੋ ਜਾਵਾਂ
ਕਿ ਲੋਕਾਂ ਨੂੰ ਬੋਲਣਾ ਸਿਖਾਵਾਂ। ਸੋਚਿਆ ਤਾਂ ਢਿੱਲੇ ਜਿਹੇ ਮਨ ਨਾਲ ਸੀ ਤੇ ਨਾਲ ਹੀ ਆਤਮਾ ਦੀ ਆਵਾਜ਼ ਸੀ ਕਿ ਸਿਖਾਉਣ ਦੀ ਗੱਲ ਛੱਡ, ਜੇ ਆਪ ਨੂੰ ਹੀ ਬੋਲਣਾ ਆ ਜਾਵੇ ਤਾਂ ਬਹੁਤ ਹੈ। ਸੋ ਬੱਚੋ, ਇਹ ਸੀ ਉਹਨਾਂ ਦੀ ਜ਼ਿੰਦਗੀ ਦੀ ਝਾਤ, ਜਿਸ ਵਿੱਚ ਉਹਨਾਂ ਨੇ ਦੱਸਿਆ ਵੀ ਮੈਂ ਕਿਸ ਤਰ੍ਹਾਂ ਪਹਿਲਵਾਨੀ ਦੇ ਦੌਰਾਨ ਫਿਲਮਾਂ ਦੇ ਵਿੱਚ ਕਦਮ ਰੱਖਿਆ। ਔਰ ਹੁਣ ਆਪਾਂ ਇਸ ਦੇ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਕਰਦੇ ਹਾਂ। ਲੇਖਕ ਦਾਰਾ ਸਿੰਘ ਨੂੰ ਫਿਲਮਾਂ ਵਿੱਚ ਪੂਰਨ ਤੌਰ 'ਤੇ ਕੰਮ ਕਰਨ ਦਾ ਮੌਕਾ ਕਦੋਂ ਮਿਲਿਆ ਅਤੇ ਉਹਨਾਂ ਨੇ ਫਿਲਮਾਂ ਵਿੱਚ ਕੰਮ ਕਰਨ ਦਾ ਫੈਸਲਾ ਕਿਉਂ ਕੀਤਾ? ਲੇਖਕ ਨੂੰ ਫਿਲਮਾਂ ਵਿੱਚ ਪੂਰਨ ਤੌਰ 'ਤੇ ਕੰਮ ਕਰਨ ਦਾ ਮੌਕਾ 1960 ਵਿੱਚ ਮਿਲਿਆ, ਜਦੋਂ ਉਸ ਨੂੰ ਉੱਘੇ ਫਿਲਮ ਨਿਰਮਾਤਾ ਦੇਵੀ ਸ਼ਰਮਾ ਨੇ ਆਪਣੀ ਫਿਲਮ ਕਿੰਗ ਕਾਂਗ ਲਈ ਸਾਈਨ ਕੀਤਾ। ਲੇਖਕ ਨੇ ਫਿਲਮਾਂ ਵਿੱਚ ਕੰਮ ਕਰਨ ਦਾ ਫੈਸਲਾ ਇਸ ਕਰਕੇ ਲਿਆ ਕਿਉਂਕਿ ਉਹ ਇਸ ਕੰਮ ਨੂੰ ਆਪਣੇ ਬੁਢਾਪੇ ਦਾ ਸਹਾਰਾ ਸਮਝਦਾ ਸੀ। ਉਹ ਸੋਚਦਾ ਸੀ ਕਿ ਕੁਸ਼ਤੀਆਂ ਦਾ ਕੰਮ ਤਾਂ ਸਿਰਫ ਜਵਾਨੀ ਤੱਕ ਹੀ ਰਹਿੰਦਾ ਹੈ। ਜਿਵੇਂ ਗਾਮੇ ਪਹਿਲਵਾਨ ਵਰਗੇ ਜਿਹੜੇ ਬੁੱਢੇ ਪਹਿਲਵਾਨ ਨੇ, ਉਹਨਾਂ ਦਾ ਬਹੁਤ ਬੁਰਾ ਹਾਲ ਹੋਇਆ, ਵੀ ਮੇਰਾ ਵੀ ਬੁਰਾ ਹਾਲ ਨਾ ਹੋਵੇ। ਇਸ ਕਰਕੇ ਉਹਨਾਂ ਨੇ ਫਿਲਮਾਂ ਵਿੱਚ ਕੰਮ ਕਰਨ ਦਾ ਮੌਕਾ ਲਿਆ ਮਤਲਬ, ਠੀਕ ਹੈ। ਪੀਲੇ ਬੁਖਾਰ ਦਾ ਟੀਕਾ ਜਦੋਂ ਲੱਗਿਆ ਸੀ, ਠੀਕ ਹੈ ਨਾ, ਪੀਲੇ ਬੁਖਾਰ ਦਾ ਟੀਕਾ ਸਮੇਂ ਸਿਰ ਨਾਲ ਲਗਵਾਉਣ ਲਈ ਲੇਖਕ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ? ਅਸਲ ਵਿੱਚ ਲੇਖਕ ਨੂੰ ਨੈਰੋਬੀ ਅਫਰੀਕਾ ਤੋਂ ਭਾਰਤ ਲਈ ਚੱਲਣ ਤੋਂ 15 ਦਿਨ ਪਹਿਲਾਂ ਪੀਲੇ ਬੁਖਾਰ ਦਾ ਟੀਕਾ ਲਗਵਾਉਣਾ ਚਾਹੀਦਾ ਸੀ, ਪਰ ਉਸ ਨੂੰ ਇਸ ਗੱਲ ਦਾ ਪਤਾ 3 ਦਿਨ ਪਹਿਲਾਂ ਹੀ ਲੱਗਾ ਸੀ। ਇਸ ਕਰਕੇ ਜਦੋਂ ਉਸ ਸਮੇਂ ਸਿਰ ਟੀਕਾ ਨਾ ਲਗਵਾ ਕੇ ਭਾਰਤ ਪੁੱਜਾ ਤਾਂ ਬੰਬੇ ਏਅਰ ਅਥਾਰਟੀ ਨੇ ਉਸ ਨੂੰ ਕੁਰਾਟੀਨ ਵਿੱਚ ਬੰਦ ਕਰ ਦਿੱਤਾ। ਇਸ ਨਾਲ ਉਸ ਦੀ ਫਿਲਮ ਕਿੰਗ ਕਾਂਗ ਦੀ ਸ਼ੂਟਿੰਗ ਦਾ ਸਾਰਾ ਸ਼ਡਿਊਲ ਗੜਬੜ ਪੈ ਗਿਆ। ਜਦੋਂ ਪ੍ਰੋਡਿਊਸਰ ਦੇਵੀ ਸ਼ਰਮਾ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਹ 7 ਦਿਨ ਬਾਹਰ ਨਾ ਆ ਸਕਿਆ ਤਾਂ ਬਾਕੀ ਕਲਾਕਾਰਾਂ ਨਾਲ ਨਿਸ਼ਚਿਤ ਕੀਤੇ ਦਿਨ ਵੀ ਖਤਮ ਹੋ ਗਏ। ਹੁਣ ਉਸ ਤੋਂ ਸ਼ੂਟਿੰਗ ਲਈ ਨਵੀਆਂ ਤਰੀਕਾਂ ਲੈਣੀਆਂ ਪੈਣੀਆਂ ਸਨ। ਇਸ ਤਰ੍ਹਾਂ ਸ਼ੂਟਿੰਗ ਦਾ ਕੰਮ ਫਿਰ ਇੱਦਾਂ ਹੀ ਰਹਿ ਗਿਆ। ਫਿਲਮਾਂ ਵਿੱਚ ਕੰਮ ਕਰਨ ਬਾਰੇ ਬਾਬੂ ਭਾਈ ਮਿਸਤਰੀ ਨੇ ਦਾਰਾ ਸਿੰਘ ਨੂੰ ਕੀ ਸਲਾਹ ਕੀਤੀ? ਤਾਂ ਜਦੋਂ ਉਹਨਾਂ ਕੋਲ ਹੋਰ ਫਿਲਮਾਂ ਵੀ ਆਉਣ ਲੱਗ ਗਈਆਂ ਸਨ ਤਾਂ ਉਹਨਾਂ ਨੇ ਸਲਾਹ ਮੰਗੀ ਦਾਰਾ ਸਿੰਘ ਨੇ ਵੀ ਫਿਲਮਾਂ ਦੇ ਵਿੱਚ ਕੰਮ ਕਰਨਾ ਚਾਹੀਦਾ ਕਿ ਨਹੀਂ। ਤਾਂ ਫਿਰ ਉਹਨਾਂ ਨੇ ਕਿਹਾ ਵੀ ਜੇ ਕਾਮਯਾਬ ਵੀ ਇੱਕ ਫਿਲਮ ਤੇ ਉਹ ਬਿਲਕੁਲ ਵੀ ਨਾ ਰਹਿਣ ਵੀ ਕਾਮਯਾਬ ਹੋਵੇਗੀ ਕਿ ਨਹੀਂ, ਠੀਕ ਹੈ ਨਾ। ਜੇ 3 ਫਿਲਮਾਂ ਸਾਈਨ ਕਰਨਗੇ ਤਾਂ ਇੱਕ ਤਾਂ ਕਾਮਯਾਬ ਹੋਵੇਗੀ, ਠੀਕ ਹੈ ਨਾ। ਇਸ ਕਰਕੇ ਉਹਨੇ ਲੇਖਕ ਨੇ ਮਨ ਬਣਾ ਲਿਆ ਸੀ ਵੀ ਉਹ ਜਿਹੜੀਆਂ 2 ਫਿਲਮਾਂ ਉਹ ਕਰਨਗੇ, ਹੈ ਨਾ। ਪਰ ਉਹਨਾਂ ਨੂੰ 3 ਫਿਲਮਾਂ ਹੀ ਕਰਨੀਆਂ ਪਈਆਂ ਸਨ। ਧੀ ਦਾ ਬਾਪ ਬਣਨ ਦੀ ਖਬਰ ਸੁਣ ਕੇ ਦਾਰਾ ਸਿੰਘ ਨੇ ਕੀ ਮਹਿਸੂਸ ਕੀਤਾ? ਆਪਣੇ ਸ਼ਬਦਾਂ ਵਿੱਚ ਲਿਖੋ। ਅਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਸੀ ਵੀ ਉਹਦੇ ਬੇਟੀ ਹੋਈ ਹੈ ਤਾਂ ਬਹੁਤ ਖੁਸ਼ ਹੋਏ ਸਨ ਉਹ। ਅਤੇ ਉਹਨਾਂ ਦੀ ਪਤਨੀ ਦੀ ਚਿੱਠੀ ਆਈ ਸੀ ਵੀ ਉਹ ਲੜਕਾ ਨਹੀਂ ਪੈਦਾ ਕਰ ਸਕੇ, ਤਾਂ ਉਹਨਾਂ ਨੇ ਕਿਹਾ ਵੀ ਕੋਈ ਵੱਡੀ ਗੱਲ ਨਹੀਂ ਹੈ, ਠੀਕ ਹੈ ਨਾ, ਵੀ ਬੱਚਾ ਹੁੰਦਾ ਹੈ, ਇਸ ਕਰਕੇ ਉਹ ਬੇਟੀ ਦੇ ਜਨਮ 'ਤੇ ਕੋਈ ਬੁਰਾ ਨਹੀਂ ਮਨਾਉਣਗੇ ਉਹ। ਸਗੋਂ ਉਹਨਾਂ ਨੇ ਪਾਰਟੀ ਵੀ ਕੀਤੀ ਸੀ। ਉਹਨਾਂ ਨੇ ਆਖਿਆ ਸੀ ਵੀ ਆਪਾਂ ਬੱਚਾ ਕਿਸ ਲਈ ਪੈਦਾ ਕਰਦੇ ਹਾਂ, ਵੀ ਆਪਣਾ ਨਾਂ ਰੌਸ਼ਨ ਰਹੇ, ਅੱਗੇ ਜਾ ਕੇ ਨਾਂ ਚੱਲਦਾ ਰਹੇ ਅਤੇ ਆਪਣੇ ਬੁਢਾਪੇ ਦਾ ਸਹਾਰਾ ਬਣਨ ਉਹ ਧੀ ਵੀ ਕਰ ਸਕਦੀ ਆ, ਠੀਕ ਹੈ ਨਾ। ਤਾਂ ਸਾਰੇ ਉਹਨਾਂ ਨੂੰ ਕਹਿੰਦੇ ਸੀ ਵੀ ਬਹੁਤ ਵੱਡਾ ਦਿਲ ਹੈ। ਤਾਂ ਫਿਲਮਾਂ ਵਿੱਚ ਦਾਰਾ ਸਿੰਘ ਦੀ ਮਸ਼ਹੂਰੀ ਵੇਖ ਕੇ ਕੁਸ਼ਤੀ ਪ੍ਰੇਮੀਆਂ ਦਾ ਕੀ ਪ੍ਰਤੀਕਰਮ ਸੀ? ਵੀ ਜਦੋਂ ਉਹਨਾਂ ਦੀ ਫਿਲਮਾਂ ਦੇ ਵਿੱਚ ਮਸ਼ਹੂਰੀ ਹੋ ਗਈ ਤਾਂ ਕੁਸ਼ਤੀ ਪ੍ਰੇਮੀ ਬਹੁਤ ਨਾਰਾਜ਼ ਸਨ ਅਤੇ ਉਹ ਚਿੱਠੀਆਂ ਵੀ ਭੇਜਦੇ ਸਨ ਵੀ ਉਹ ਫਿਲਮਾਂ ਨੂੰ ਛੱਡ ਕੇ ਵੀ ਆਪਣੀ ਪਹਿਲਵਾਨੀ ਭੁੱਲਦੇ ਜਾ ਰਹੇ ਨੇ। ਇੱਕ ਯੂਪੀ ਦੇ ਬੰਦੇ ਨੇ ਤਾਂ ਇਹ ਵੀ ਲਿਖਤਾ ਸੀਗਾ ਵੀ ਤੁਮ ਭਾਰਤ ਕੇ ਭੀਮ ਹੋ ਬਜਾਤੇ ਕਿਉਂ ਬੀਨੋ, ਠੀਕ ਹੈ ਨਾ। ਇਸ ਤਰ੍ਹਾਂ ਵੀ ਮਤਲਬ ਕਹਿੰਦੇ ਵੀ ਜਦੋਂ ਭੇਜਦੇ ਸੀ ਚਿੱਠੀ ਉਹਨਾਂ ਨੂੰ ਦੁਬਾਰਾ, ਮੈਂ ਫਿਲਮਾਂ ਕਰ ਰਿਹਾ ਪਰ ਕੁਸ਼ਤੀ ਵੀ ਨਾਲ ਦੀ ਨਾਲ ਮੈਂ ਜਾਰੀ ਰੱਖਾਂਗਾ, ਫਿਰ ਉਹਨਾਂ ਨੂੰ ਤਸੱਲੀ ਹੁੰਦੀ ਸੀ। ਫਿਲਮਾਂ ਵਿੱਚ ਪ੍ਰਵੇਸ਼ ਸਵੈ ਜੀਵਨੀ ਅੰਸ਼ ਦੇ ਆਧਾਰ 'ਤੇ ਦਾਰਾ ਸਿੰਘ ਦੀ ਸ਼ਖਸੀਅਤ ਬਾਰੇ ਆਪਣੇ ਸ਼ਬਦਾਂ ਵਿੱਚ ਲਿਖੋ। ਉਹਨਾਂ ਦੀ ਸ਼ਖਸੀਅਤ ਬਾਰੇ ਵਿਚਾਰ ਨੇ ਜੋ ਵੀ। ਦਾਰਾ ਸਿੰਘ ਇੱਕ ਮੰਨਿਆ ਪ੍ਰਮੰਨਿਆ ਪਹਿਲਵਾਨ ਸੀ। ਉਹ ਦੇਸ਼ ਵਿਦੇਸ਼ ਵਿੱਚ ਕੁਸ਼ਤੀਆਂ ਲੜਨ ਜਾਂਦਾ ਸੀ। ਉਸ ਦੀ ਪਹਿਲਵਾਨੀ ਨੇ ਫਿਲਮ ਪ੍ਰੋਡਿਊਸਰਾਂ ਦਾ ਧਿਆਨ ਆਪਣੇ ਵੱਲ ਖਿੱਚਿਆ। 1952 ਤੋਂ 60 ਤੱਕ 5 ਫਿਲਮਾਂ ਵਿੱਚ ਕੁਸ਼ਤੀਆਂ ਵਿੱਚ ਭਾਗ ਲੈ ਚੁੱਕਾ ਸੀ। 60 ਵਿੱਚ ਉਸਨੇ ਦੇਵੀ ਸ਼ਰਮਾ ਦੀ ਫਿਲਮ ਕਿੰਗ ਕਾਂਗ ਸਾਈਨ ਕੀਤੀ, ਠੀਕ ਹੈ ਨਾ। ਫਿਰ ਉਹ ਬਾਅਦ ਦੇ ਵਿੱਚ ਅੱਗੇ ਫਿਲਮਾਂ ਕਿਉਂ ਕਰਦੇ ਸਨ? ਉਹ ਕਹਿੰਦੇ ਵੀ ਬੁਢਾਪੇ ਦੇ ਵਿੱਚ ਜਿਹੜੀ ਪਹਿਲਵਾਨੀ ਨਹੀਂ ਕੀਤੀ ਜਾਂਦੀ, ਇਸ ਕਰਕੇ ਰੁਜ਼ਗਾਰ ਦੀ ਸਮੱਸਿਆ ਨਾ ਹੋਵੇ, ਇਸ ਕਰਕੇ ਉਹ ਫਿਲਮਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਠੀਕ ਹੈ ਨਾ। ਪਹਿਲਾਂ ਇੱਕ ਫਿਲਮ ਸਾਈਨ ਕੀਤੀ ਸੀ, ਉਸ ਤੋਂ ਬਾਅਦ ਉਹਨਾਂ ਨੇ ਹੋਰ ਫਿਲਮਾਂ ਵੀ ਸਾਈਨ ਕਰਨੀਆਂ ਸ਼ੁਰੂ ਕਰ ਦਿੱਤੀਆਂ। ਹਿੰਦੀ, ਅੰਗਰੇਜ਼ੀ, ਪੰਜਾਬੀ ਉਹ ਬੋਲ ਲੈਂਦੇ ਸਨ ਪਰ ਉਰਦੂ ਠੀਕ ਨਹੀਂ ਸੀ ਬੋਲਦੇ, ਜਿਸ ਕਰਕੇ ਉਹਨਾਂ ਦੀ ਫਿਲਮ ਡੱਬ ਕੀਤੀ ਜਾਂਦੀ ਸੀ, ਪਰ ਬਾਅਦ 'ਚ ਉਹਨਾਂ ਨੇ ਉਰਦੂ ਸਿੱਖ ਲਿਆ ਸੀ। ਫਿਲਮਾਂ ਵਿੱਚ ਉਸ ਦੀ ਮਸ਼ਹੂਰੀ ਹੋਣ ਕਰਕੇ ਉਸਦੇ ਜਿਹੜੇ ਕੁਸ਼ਤੀ ਪ੍ਰੇਮੀ ਸਨ ਉਹਨਾਂ ਤੋਂ ਨਾਰਾਜ਼ ਹੁੰਦੇ ਸਨ
ਤੇ ਪਰ ਫਿਰ ਵੀ ਉਹ ਦੱਸਦੇ ਸਨ ਵੀ ਰੋਜ਼ ਉਹ ਵਰਜਿਸ਼ ਕਰਦੇ ਸਨ, ਭਾਵੇਂ ਸਮਾਂ ਘੱਟ ਸੀ ਪਰ ਫਿਰ ਵੀ ਉਹ ਵਰਜਿਸ਼ ਨਹੀਂ ਸੀ ਛੱਡੀ ਉਹਨਾਂ ਨੇ। ਬਾਕੀ ਉਹ ਫਿਲਮ ਜਗਤ ਦੀਆਂ ਰੰਗੀਨੀਆਂ ਤੋਂ ਬਹੁਤ ਦੂਰ ਰਹਿੰਦੇ ਸਨ, ਠੀਕ ਹੈ ਨਾ। ਉਹ ਫਿਲਮਾਂ ਵਿੱਚ ਪ੍ਰਵੇਸ਼ ਤੋਂ 2-3 ਸਾਲ ਪਿੱਛੋਂ ਤੱਕ ਕੁਸ਼ਤੀਆਂ ਵਿੱਚ ਹਿੱਸਾ ਲੈਂਦੇ ਰਹੇ ਸਨ, ਠੀਕ ਹੈ ਨਾ। ਜਦੋਂ ਉਹ ਲੜਕੀ ਹੋਈ ਤਾਂ ਬਹੁਤ ਖੁਸ਼ ਹੋਏ ਸਨ, ਉਹ ਲੜਕੇ ਲੜਕੀ ਦੇ ਵਿੱਚ ਫਰਕ ਵੀ ਮਹਿਸੂਸ ਨਹੀਂ ਸਨ ਕਰਦੇ। ਫਿਰ ਉਸ ਤੋਂ ਬਾਅਦ ਆਪਾਂ ਛੋਟੇ ਪ੍ਰਸ਼ਨ ਉੱਤਰ ਕਰਾਂਗੇ, ਮਤਲਬ ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਤੇ ਇਹ ਜਿਹੜੀ ਤੁਹਾਡੀ ਸਕਰੀਨ 'ਤੇ ਇਹਨਾਂ ਤੋਂ ਇਲਾਵਾ ਵੀ ਆਪਾਂ ਤੁਹਾਨੂੰ ਦੱਸਾਂਗੇ ਹੋਰ, ਤਾਂ ਜੋ ਤੁਹਾਨੂੰ ਕੋਈ ਪਰੇਸ਼ਾਨੀ ਨਾ ਹੋਵੇ, ਠੀਕ ਹੈ ਨਾ। ਫਿਲਮਾਂ ਵਿੱਚ ਪ੍ਰਵੇਸ਼ ਸਵੈ ਜੀਵਨੀ ਅੰਸ਼ ਦਾ ਲੇਖਕ ਕੌਣ ਹੈ? ਦਾਰਾ ਸਿੰਘ। ਤੇ ਦਾਰਾ ਸਿੰਘ ਨੇ ਸਭ ਤੋਂ ਪਹਿਲਾਂ ਕਿਹੜੀ ਫਿਲਮ ਵਿੱਚ ਕੁਸ਼ਤੀ ਲੜੀ ਸੀ? ਦੀ ਵਰਡ, ਠੀਕ ਹੈ ਨਾ। ਤੁਹਾਡੀ ਪਾਠ ਪੁਸਤਕ ਆਪ ਬੀਤੀਆਂ ਵਿੱਚ ਦਾਰਾ ਸਿੰਘ ਦਾ ਕਿਹੜਾ ਸਵੈ ਜੀਵਨੀ ਅੰਸ਼ ਸ਼ਾਮਿਲ ਕੀਤਾ ਗਿਆ? ਫਿਲਮਾਂ ਵਿੱਚ ਪ੍ਰਵੇਸ਼। ਦਾਰਾ ਸਿੰਘ ਨੇ ਸਭ ਤੋਂ ਪਹਿਲਾਂ ਫਿਲਮਾਂ ਵਿੱਚ ਕੁਸ਼ਤੀ ਕਦੋਂ ਲੜੀ ਸੀ? 1952 ਵਿੱਚ। 1954 ਵਿੱਚ ਲੇਖਕ ਨੇ ਕਿਸ ਫਿਲਮ ਵਿੱਚ ਹਾਸ ਰਸ ਕਲਾਕਾਰ ਓਮ ਪ੍ਰਕਾਸ਼ ਨਾਲ ਕੁਸ਼ਤੀ ਲੜੀ ਸੀ? ਝਲਕ। ਪੂਨੀ ਕਿਸ ਜ਼ਬਾਨ ਵਿੱਚ ਫਿਲਮ ਬਣੀ ਸੀ? ਤਮਿਲ ਦੇ ਵਿੱਚ, ਠੀਕ ਹੈ ਨਾ। ਲੇਖਕ ਦੀ ਪੂਨੀ ਫਿਲਮ ਵਿੱਚ ਕਿਸ ਨਾਲ ਕੁਸ਼ਤੀ ਹੋਈ ਸੀ? ਕਿੰਗ ਕਾਂਗ ਨਾਲ। ਲੇਖਕ ਨੂੰ ਕਿਹੜੇ ਸਨ ਵਿੱਚ ਫਿਲਮਾਂ ਵਿੱਚ ਪੂਰਨ ਤੌਰ 'ਤੇ ਕੰਮ ਕਰਨ ਦੀ ਦਾਵਤ ਮਿਲੀ ਸੀ? 1960 ਦੇ ਵਿੱਚ। 1960 ਵਿੱਚ ਕਿਸ ਪ੍ਰੋਡਿਊਸਰ ਨੇ ਲੇਖਕ ਨੂੰ ਆਪਣੀ ਫਿਲਮ ਵਿੱਚ ਕੰਮ ਕਰਨ ਲਈ ਕਿਹਾ? ਦੇਵੀ ਸ਼ਰਮਾ ਨੇ। ਕਿਸ ਪਹਿਲਵਾਨ ਨੇ ਲੇਖਕ ਨੂੰ ਫਿਲਮਾਂ ਵਿੱਚ ਕੰਮ ਕਰਨ ਦੀ ਸਲਾਹ ਦਿੱਤੀ? ਹਰਬੰਸ ਸਿੰਘ ਨੇ। ਲੇਖਕ ਇੱਕ ਦੰਗਲ ਵਿੱਚ ਕਿਹੜੇ ਐਕਟਰ ਦੇ ਭਾਸ਼ਣ ਦੀ ਗੱਲ ਕਰਦਾ ਹੈ? ਦਲੀਪ ਕੁਮਾਰ ਦੇ। ਦੇਵੀ ਸ਼ਰਮਾ ਦੀ ਕਿਹੜੀ ਫਿਲਮ ਵਿੱਚ ਲੇਖਕ ਨੇ ਕੰਮ ਕੀਤਾ? ਕਿੰਗ ਕਾਂਗ। ਦੇਵੀ ਸ਼ਰਮਾ ਕਿਹੜੀ ਫਿਲਮ ਦੇ ਆਧਾਰ 'ਤੇ ਫਿਲਮ ਬਣਾਉਣੀ ਚਾਹੁੰਦਾ ਸੀ? ਹਰਕਿਊਲਸ ਇਨ ਚੇਨਸ। ਲੇਖਕ ਨੇ ਦੇਵੀ ਸ਼ਰਮਾ ਤੋਂ 60 ਦਿਨਾਂ ਦੇ ਕਿੰਨੇ ਹਜ਼ਾਰ ਰੁਪਏ ਮੰਗੇ? 60,000। ਕਿੰਗ ਕਾਂਗ ਪਹਿਲਵਾਨ ਦਾ ਅਸਲੀ ਨਾਂ ਕੀ ਸੀ? ਐਮਲ ਜਾਇਆ। ਲੇਖਕ ਨੇ ਨੈਰੋਬੀ ਤੋਂ ਤੁਰਨ ਸਮੇਂ ਕਿਹੜੇ ਬੁਖਾਰ ਦਾ ਟੀਕਾ ਨਹੀਂ ਸੀ ਲਵਾਇਆ? ਪੀਲੇ ਬੁਖਾਰ ਦਾ। ਦਰਸ਼ਨ ਲਾਲ ਸੱਭਰਵਾਲ ਨੇ ਕਿਹੜੀ ਫਿਲਮ ਬਣਾਈ? ਸੈਮਸਨ। ਰਾਮ ਕੁਮਾਰ ਵੋਰਾ ਨੇ ਕਿਹੜੀ ਫਿਲਮ ਬਣਾਈ ਸੀ? ਹਰਕਿਊਲਸ। ਕਿੰਗ ਕਾਂਗ ਫਿਲਮ ਵਿੱਚ ਲੇਖਕ ਤੋਂ ਐਕਟਿੰਗ ਕਰਾਉਣ ਦੀ ਜ਼ਿੰਮੇਵਾਰੀ ਕਿਸ ਡਾਇਰੈਕਟਰ ਨੇ ਨਿਭਾਈ? ਬਾਬੂ ਭਾਈ ਮਿਸਤਰੀ ਨੇ। ਲੇਖਕ ਦੇ ਘਰ ਧੀ ਨੇ ਕਦੋਂ ਜਨਮ ਲਿਆ? 1962 ਵਿੱਚ। ਲੇਖਕ ਨੇ ਆਪਣੀ ਪਤਨੀ ਤੇ ਧੀ ਨੂੰ ਕਦੋਂ ਮੁੰਬਈ ਬੁਲਾਇਆ ਸੀ? ਮੁੰਬਈ ਦੇ ਵਿੱਚ 1962 ਦੇ ਵਿੱਚ। ਲੇਖਕ ਨੇ ਆਪਣਾ ਸੈਕਟਰੀ ਕਿਸ ਨੂੰ ਬਣਾਇਆ? ਲਲਿਤ ਭਾਈ ਨੂੰ। ਲੇਖਕ ਨੇ ਅੰਬੈਸਡਰ ਕਾਰ ਕਦੋਂ ਖਰੀਦੀ? 1959 ਦੇ ਵਿੱਚ। ਦਾਰਾ ਸਿੰਘ ਹਮੇਸ਼ਾ ਮੁੰਬਈ ਆ ਕੇ ਰਹਿਣ ਲੱਗੇਗਾ, ਇਹ ਭਵਿੱਖਬਾਣੀ ਕਿਸ ਨੇ ਕੀਤੀ ਸੀ? ਪ੍ਰੋਡਿਊਸਰ ਰਾਮ ਕੁਮਾਰ ਵੋਰਾ ਨੇ, ਠੀਕ ਹੈ ਨਾ। ਲੇਖਕ ਦੀ ਫਿਲਮਾਂ ਵਿੱਚ ਮਸ਼ਹੂਰੀ ਦੇਖ ਕੇ ਉਸ ਨਾਲ ਕੌਣ ਨਾਰਾਜ਼ ਹੋ ਗਏ? ਕੁਸ਼ਤੀ ਪ੍ਰੇਮੀ। ਰਾਮ ਕੁਮਾਰ ਵੋਰਾ ਨੇ ਲੇਖਕ ਨੂੰ ਕਿਹੜੀ ਫਿਲਮ ਵਿੱਚ ਉਸ ਦੀ ਆਵਾਜ਼ ਦੇਣ ਲਈ ਕਿਹਾ? ਏਕਤਾ ਅਲੀ ਬਾਬਾ। ਲੇਖਕ ਨੇ ਉਰਦੂ ਕਿਸ ਕੋਲੋਂ ਸਿੱਖੀ? ਮਾਸਟਰ ਹਸਨ ਕੋਲੋਂ। ਏਕਤਾ ਅਲੀ ਬਾਬਾ ਫਿਲਮ ਦਾ ਖਲਨਾਇਕ ਕੌਣ ਸੀ? ਰਾਮ ਸਿੰਘ। ਲੇਖਕ ਪੰਜਾਬੀ ਵਿੱਚ ਕਿਸ ਗ੍ਰੰਥ ਦਾ ਪਾਠ ਕਰ ਲੈਂਦਾ ਸੀ? ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ। ਤੇ ਅੱਗੇ ਆਪਾਂ ਖਾਲੀ ਥਾਵਾਂ ਕਰਦੇ ਹਾਂ। ਕਿੰਗ ਕਾਂਗ ਫਿਲਮ ਦੇ ਨਿਰਮਾਤਾ ਕੌਣ ਸਨ? ਦੇਵੀ ਸ਼ਰਮਾ। 1962 ਦੇ ਡੈਸ਼ ਮਹੀਨੇ ਦਾਰਾ ਸਿੰਘ ਨੇ ਆਪਣੀ ਪਤਨੀ ਤੇ ਧੀ ਨੂੰ ਮੁੰਬਈ ਬੁਲਾ ਲਿਆ ਸੀ? ਅਗਸਤ। ਦਾਰਾ ਸਿੰਘ ਨੇ ਆਪਣਾ ਸੈਕਟਰੀ ਬਣਾਇਆ ਲਲਿਤ ਭਾਈ ਨੂੰ। ਦਾਰਾ ਸਿੰਘ ਨੂੰ ਕਿਸ ਨੇ ਲਿਖਿਆ ਤੁਮ ਭਾਰਤ ਕੇ ਭੀਮ ਹੋ ਬਜਾਤੇ ਕਿਉਂ ਬੀਨ ਹੋ? ਕਿਹਨੇ ਲਿਖਿਆ ਸੀ ਇਹ? ਕੋਈ ਉਹਨਾਂ ਦੇ ਯੂਪੀ ਤੋਂ ਸਨ, ਕੁਸ਼ਤੀ ਪ੍ਰੇਮੀ। ਦਾਰਾ ਸਿੰਘ ਨੇ ਉਰਦੂ ਜ਼ਬਾਨ ਸਿੱਖੀ ਡੈਸ਼ ਕਿਹਨਾਂ ਤੋਂ ਸਿੱਖੀ ਸੀ? ਮਾਸਟਰ ਹਸਨ ਤੋਂ। ਹੁਣ ਆਪਾਂ ਠੀਕ ਗਲਤ ਕਰਦੇ ਹਾਂ। ਤੇ ਫਿਲਮਾਂ ਵਿੱਚ ਆਉਣ ਤੋਂ ਪਹਿਲਾਂ ਦਾਰਾ ਸਿੰਘ ਉਰਦੂ ਭਾਸ਼ਾ ਚੰਗੀ ਤਰ੍ਹਾਂ ਬੋਲ ਸਕਦਾ ਸੀ? ਬਿਲਕੁਲ ਗਲਤ। ਤਮਿਲ ਫਿਲਮ ਪੂਨੀ ਵਿੱਚ ਦਾਰਾ ਸਿੰਘ ਨੇ ਕਿੰਗ ਕਾਂਗ ਨਾਲ ਕੁਸ਼ਤੀ ਲੜੀ ਸੀ? ਸਹੀ। ਦਾਰਾ ਸਿੰਘ ਨੇ ਲੜਕੀ ਦਾ ਪਿਤਾ ਬਣਨ ਦੀ ਖੁਸ਼ੀ ਵਿੱਚ ਪਾਰਟੀ ਦਿੱਤੀ ਸੀ? ਸਹੀ। ਦਾਰਾ ਸਿੰਘ ਕੁਸ਼ਤੀਆਂ ਨਾਲੋਂ ਫਿਲਮਾਂ ਦੇ ਕੰਮ ਨੂੰ ਚੰਗਾ ਸਮਝਦੇ ਸਨ? ਗਲਤ। ਤੇ ਦਾਰਾ ਸਿੰਘ ਫਿਲਮਾਂ ਵਿੱਚ ਪੂਰਾ ਪ੍ਰਵੇਸ਼ 1960 ਵਿੱਚ ਹੋਇਆ? ਸਹੀ। ਦਾਰਾ ਸਿੰਘ ਸਾਰੀ ਉਮਰ ਅੰਬੈਸਡਰ ਗੱਡੀ ਵਿੱਚ ਘੁੰਮਦਾ ਰਿਹਾ? ਗਲਤ, ਠੀਕ ਹੈ ਨਾ। ਇਹ ਸੀ ਬੱਚਿਓ ਦਾਰਾ ਸਿੰਘ ਦੀ ਜ਼ਿੰਦਗੀ ਤੇ ਝਾਤ। ਮੈਨੂੰ ਉਮੀਦ ਹੈ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਆਇਆ ਹੋਵੇਗਾ। ਸੁਣਨ ਅਤੇ ਸਮਝਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।